ਦੋਸਤੋ ਤੁਹਾਡਾ ਇੱਕ ਵਾਰੀ ਫੇਰ ਸਵਾਗਤ ਹੈ ਜੀ। ਅੱਜ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਚੈਪਟਰ 9 ਦੇ ਬਾਰੇ। ALLQP ਜਿਹੜਾ ਕੋਰਸ ਹੈਗਾ ਕੈਨੇਡਾ ਵਿੱਚ ਕਰਵਾਇਆ ਜਾਂਦਾ, ਉਹਦਾ ਜਿਹੜਾ ਪਹਿਲਾ ਮੋਡਿਊਲ ਹੈਗਾ ਲਾਈਫ ਇੰਸ਼ੋਰੈਂਸ ਦਾ, ਉਹਦੇ ਚੈਪਟਰ 9 ਦੀ ਆਪਾਂ ਗੱਲ ਕਰਾਂਗੇ। ਤੇ ਚੈਪਟਰ ਦਾ ਨਾਮ ਹੈਗਾ ਜੀ ਐਪਲੀਕੇਸ਼ਨ ਐਂਡ ਅੰਡਰਰਾਈਟਿੰਗ। ਤੇ ਜਿਵੇਂ ਜਿਵੇਂ ਆਪਾਂ ਅੱਗੇ ਵਧਦੇ ਆ ਤਾਂ ਉਸੇ ਤਰ੍ਹਾਂ ਕਲੀਅਰ ਹੁੰਦਾ ਜਾਏਗਾ ਕਿ ਇਹ ਚੈਪਟਰ ਦੇ ਵਿੱਚ ਕੀ ਹੈਗਾ। ਪਹਿਲਾਂ ਇਹ ਗੱਲ ਹੈਗੀ ਕਿ ਏਜੰਟ ਕੀ ਕਰਦਾ ਹੈਗਾ ਕਿ ਫੀਲਡ ਦੇ ਵਿੱਚ ਸਾਰੀ ਇਨਫੋਰਮੇਸ਼ਨ ਲੈ ਕੇ ਕਲਾਇੰਟ ਨਾਲ ਬੈਠ ਕੇ, ਤੇ ਉਹਦਾ ਪਰਪਸ ਇਹ ਹੀ ਹੁੰਦਾ ਕਿ ਜੋ ਸੈੱਟ ਫਾਰਮੈਟ ਹੈਗਾ ਉਹਦੇ ਹਿਸਾਬ ਨਾਲ ਉਹਨੇ ਇਨਫੋਰਮੇਸ਼ਨ ਲੈਣੀ ਹੈ ਕਲਾਇੰਟ ਕੋਲੋਂ, ਤੇ ਉਹ ਅੱਗੇ ਜਿਹੜੀ ਹੈ ਕੰਪਨੀ ਨੂੰ ਭੇਜਣੀ ਹੈਗੀ ਹੈ। ਐਪਲੀਕੇਸ਼ਨ ਕੰਪਲੀਟ ਕਰਨੀ ਹੈ। ਪਹਿਲਾਂ ਪੇਪਰ ਐਪਲੀਕੇਸ਼ਨ ਹੁੰਦਾ ਸੀ, ਹੁਣ ਵੀ ਹੈਗੀ ਪੇਪਰ ਐਪਲੀਕੇਸ਼ਨ ਜੇ ਆਪਾਂ ਯੂਜ਼ ਕਰਨਾ ਚਾਹੀਏ, ਪਰ ਮੋਸਟਲੀ ਅੱਜ ਕੱਲ੍ਹ ਜਿਹੜਾ ਔਨਲਾਈਨ ਐਪਲੀਕੇਸ਼ਨ ਸਬਮਿਟ ਆਪਾਂ ਕਰਦੇ ਹੈਗੇ ਆ। ਇਹ ਐਪਲੀਕੇਸ਼ਨ ਜਦੋਂ ਅਸੀਂ ਕੰਪਨੀ ਨੂੰ ਸਬਮਿਟ ਕਰ ਦਿੰਦੇ ਹੈਗੇ ਆ, ਤੇ ਫਿਰ ਉਹ ਅੰਡਰਰਾਈਟਿੰਗ ਡਿਪਾਰਟਮੈਂਟ ਜਿਹੜਾ ਉਹਦੇ ਕੋਲ ਚਲੀ ਜਾਂਦੀ ਹੈਗੀ ਆ। ਤੋ ਅੰਡਰਰਾਈਟਿੰਗ ਡਿਪਾਰਟਮੈਂਟ ਦਾ ਮੇਨ ਕੰਮ ਹੁੰਦਾ ਹੈਗਾ ਕਿ ਉਹਨੇ ਵੇਖਣਾ ਕਿ ਇਸ ਸ਼ਖਸ ਦੀ ਜਿਹਦੀ ਮੈਂ ਇੰਸ਼ੋਰੈਂਸ ਕਰਨੀ ਹੈਗੀ ਹੈ, ਇਹਦਾ ਕਿੰਨਾ ਕੁ ਰਿਸਕ ਹੈਗਾ ਕੰਪਨੀ ਨੂੰ। ਕਿਉਂਕਿ ਹੁਣ ਬੰਦਾ ਤੇ ਮੰਨ ਲਓ $100 ਪਰ ਮੰਥ ਪੇ ਕਰ ਰਿਹਾ ਹੈਗਾ, ਪਰ ਕੰਪਨੀ ਜੇ $1 ਮਿਲੀਅਨ ਦੀ ਪਾਲਿਸੀ ਕਰ ਰਹੀ ਹੈਗੀ ਹੈ, ਤੇ ਦੈਟ ਮੀਨਸ ਕੰਪਨੀ ਦਾ ਕਿ ਰਿਸਕ ਜਿਹੜਾ ਜ਼ਿਆਦਾ ਇਨਵੋਲਵਡ ਹੈਗਾ, ਬਜਾਏ ਕਿ ਆਪਾਂ ਕਲਾਇੰਟ ਦੀ ਗੱਲ ਕਰੀਏ। ਕਲਾਇੰਟ ਤੇ $100 ਮਹੀਨੇ ਦਾ ਦੇ ਰਿਹਾ, ਸਾਲ ਦਾ ਮੰਨ ਲਓ 1200 ਹੀ ਦੇ ਰਿਹਾ, ਪਰ ਕੰਪਨੀ ਦੇ ਕੱਲ੍ਹ ਨੂੰ ਅਗਰ ਕੋਈ ਕਲੇਮ ਹੋ ਜਾਂਦਾ ਕੰਪਨੀ ਦੇ ਉੱਤੇ 1 ਮਿਲੀਅਨ ਦਾ ਰਿਸਕ ਹੈਗਾ। ਤੇ ਇਸ ਕਰਕੇ ਅੰਡਰਰਾਈਟਿੰਗ ਡਿਪਾਰਟਮੈਂਟ ਐਕਚੁਅਲੀ ਕਹਿੰਦਾ ਕਿ ਅੰਡਰਰਾਈਟਰ ਹੁੰਦਾ ਹੈਗਾ ਉੱਥੇ ਬੈਠੇ। ਮੋਸਟਲੀ ਉਹਨਾਂ ਦੇ ਵਿੱਚੋਂ ਬਹੁਤੇ ਡਾਕਟਰ ਹੁੰਦੇ ਨੇ, ਜਾਂ ਕਹਿ ਲਓ ਕਿ ਡਾਕਟਰ ਮਾਈਂਡਸੈਟ ਵਾਲੇ ਲੋਕੀ ਬੈਠੇ ਹੁੰਦੇ ਨੇ ਕਿ ਬੰਦੇ ਨੂੰ ਕਿੰਨਾ ਕੁ ਜ਼ਿਆਦਾ ਰਿਸਕ ਹੈਗਾ, ਵੀ ਅਗਰ ਇਹਦੀ ਆਪਾਂ ਇੰਸ਼ੋਰੈਂਸ ਕਰਦੇ ਹੈਗੇ ਆ ਤੇ ਕਿੰਨਾ ਕੁ ਜ਼ਿਆਦਾ ਇਹ ਕਿੰਨਾ ਕੁ ਜ਼ਿਆਦਾ ਇਹ ਰਿਸਕ ਜਿਹੜਾ ਇਨਵੋਲਵਡ ਹੈਗਾ, ਜਾਂ ਕਿੰਨੇ ਚਾਂਸਿਸ ਹੈਗੇ ਨੇ। ਤੇ ਉਹਦੇ ਕੋਲ ਡਾਟਾਸ ਹੁੰਦੇ ਨੇ ਸਾਰੇ, ਉਹਦੇ ਹਿਸਾਬ ਨਾਲ ਉਹ ਡਿਸੀਜਨ ਲੈਂਦਾ। ਅੰਡਰਰਾਈਟਰ ਜਿਹੜਾ ਹੁੰਦਾ ਉਹ ਡਿਸੀਜਨ ਲੈਂਦਾ ਵੀ ਇਹਨੂੰ ਮੈਂ ਇੰਸ਼ੋਰੈਂਸ ਸਟੈਂਡਰਡ ਰੇਟ ਦੀ ਦੇਣੀ ਹੈ, ਜਾਂ ਇਹਨੂੰ ਮੈਂ ਇੰਸ਼ੋਰੈਂਸ ਜਿਹੜੀ ਆ ਉਹ ਰੇਟ ਥੋੜ੍ਹਾ ਜਿਹਾ ਵਧਾ ਕੇ ਦੇਣੀ ਹੈਗੀ ਆ। ਕਿ ਮੋਰਟੈਲਿਟੀ ਰਿਸਕ, ਮੋਰਟੈਲਿਟੀ ਜਿਵੇਂ ਆਪਾਂ ਪਿੱਛੇ ਵੀ ਪੜ੍ਹਿਆ, ਮੋਰਟੈਲਿਟੀ ਦਾ ਮਤਲਬ ਹੁੰਦਾ ਕਿ ਡੈਥ ਦੇ ਕਿੰਨੇ ਕੁ ਚਾਂਸ ਹੈਗੇ ਨੇ। ਤੇ ਉਸ ਹਿਸਾਬ ਨਾਲ ਹੀ ਜਿਹੜਾ ਹੈਗਾ ਕਿ ਉਹ ਉਹਨੂੰ ਅਸੈਸ ਕਰਦਾ ਹੈ। ਤੇ ਉਹਦੇ ਕੋਲ ਸਾਰਾ ਡਾਟਾਸ ਹੁੰਦੇ ਨੇ ਕਿ ਜੇ ਮੰਨ ਲਓ ਵੀ ਐਸ ਏਜ ਦਾ, ਐਸ ਵੇਟ ਵਾਲਾ, ਐਸ ਹੈਲਥ ਕੰਡੀਸ਼ਨ ਵਾਲਾ ਬੰਦਾ ਹੋਵੇ ਤੇ ਕਿੰਨੇ ਕੁ ਚਾਂਸ ਹੈਗੇ ਨੇ ਉਹਦੇ ਡੈਥ ਹੋਣ ਤੇ। ਤੇ ਉਹ ਫਿਰ ਜਿਹੜੇ ਜਿੰਨਾ ਕੁ ਰਿਸਕ ਉਹਨਾਂ ਨੇ ਲੈਣਾ ਹੈਗਾ, ਜਿਹੜਾ ਸਟੈਂਡਰਡ ਰਿਸਕ ਹੈਗਾ, ਜੇ ਅਗਰ ਉਹਦੇ ਅੰਡਰ ਆਉਂਦਾ ਤਾਂ ਉਹਨੇ ਇਸ਼ੂ ਕਰ ਦੇਣੀ ਹੈ ਪਾਲਿਸੀ। ਜੇ ਨਹੀਂ ਆਉਂਦਾ ਤਾਂ ਮੰਨ ਲਓ ਜੇ ਥੋੜ੍ਹਾ ਜਿਹਾ ਕੰਪਨੀ ਲੱਗਦਾ ਰਿਸਕ ਜ਼ਿਆਦਾ, ਥੋੜ੍ਹਾ ਜਿਹਾ ਪ੍ਰੀਮੀਅਮ ਵਧਾ ਦੇਣਗੇ। ਪਰ ਜੇ ਕੰਪਨੀ ਨੂੰ ਲੱਗਦਾ ਕਿ ਰਿਸਕ ਬਹੁਤ ਜ਼ਿਆਦਾ ਹੈਗਾ, ਫਿਰ ਉਹ ਉਹਨੂੰ ਡਿਕਲਾਈਨ ਵੀ ਕਰ ਜਾਂਦੇ ਹੈਗੇ ਨੇ। ਤੋ ਅੰਡਰਰਾਈਟਰ ਦਾ ਮੇਨਲੀ ਕੰਮ ਹੁੰਦਾ ਹੈਗਾ ਕਿ ਰਿਸਕ ਨੂੰ ਜਿਹੜਾ ਹੈਗਾ ਅਸੈਸ ਕਰਕੇ, ਤੇ ਉਹਨੇ ਡਿਸੀਜਨ ਲੈਣਾ ਕਿ ਬੰਦੇ ਨੂੰ ਪਾਲਿਸੀ ਦੇਣੀ ਹੈ ਆਪਾਂ, ਜਾਂ ਪਾਲਿਸੀ ਨਹੀਂ ਦੇਣੀ ਹੈਗੀ। ਫਿਰ ਕੰਪਨੀ ਕੀ ਕਰਦੀ ਹੈ, ਪਾਲਿਸੀ ਇਸ਼ੂ ਕਰਦੀ ਹੈ ਕੀ ਹੈ, ਏਜੰਟ ਦੇ ਕੋਲ ਮੋਸਟਲੀ ਆ ਜਾਂਦੀ ਹੈਗੀ ਹੈ, ਤੇ ਏਜੰਟ ਜਿਹੜਾ ਹੈ ਉਹ ਕਲਾਇੰਟ ਨੂੰ ਪਾਲਿਸੀ ਪਹੁੰਚਾ ਦਿੰਦਾ ਹੈਗਾ। ਤੋ ਐਪਲੀਕੇਸ਼ਨ ਜਿਵੇਂ ਇੱਥੇ ਲਿਖਿਆ ਕਿ 5 ਤੋਂ ਲੈ ਕੇ 50 ਪੇਜਿਸ ਦੀ ਵੀ ਹੋ ਜਾਂਦੀ ਹੈਗੀ ਹੈ। ਡਿਪੈਂਡ ਕਰਦਾ ਹੈਗਾ ਕਿ ਕਿਸ ਕੰਪਨੀ ਦੀ ਪਾਲਿਸੀ ਹੈ, ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੈਸ ਕਰਨਾ ਚਾਹੁੰਦੇ ਨੇ, ਕਿਹੜੀ ਕਿਹੜੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ, ਘੱਟ ਲੈਣਾ ਚਾਹੁੰਦੇ ਨੇ, ਜ਼ਿਆਦਾ ਲੈਣਾ ਚਾਹੁੰਦੇ ਨੇ। ਕਈ ਵਾਰੀ ਕੀ ਹੁੰਦਾ ਕਿ ਜਦੋਂ ਮੈਡੀਕਲ ਹੋਣਾ ਹੁੰਦਾ ਉਦੋਂ ਐਪਲੀਕੇਸ਼ਨ ਛੋਟੀ ਹੁੰਦੀ ਹੈ, ਕਿਉਂਕਿ ਬਾਕੀ ਇਨਫੋਰਮੇਸ਼ਨ ਜਿਹੜੀ ਮੈਡੀਕਲ ਨਾਲ ਰਿਲੇਟਡ ਹੈਗੀ ਉਹ ਨਰਸ ਲੈ ਲੈਂਦੀ ਹੈਗੀ ਹੈ। ਤੋ ਇਸ ਕਰਕੇ ਐਪਲੀਕੇਸ਼ਨ ਛੋਟੀ ਹੁੰਦੀ ਹੈ। ਪਰ ਜੇ ਮੰਨ ਲਓ ਕੋਈ ਮੈਡੀਕਲ ਨਹੀਂ ਹੋਣਾ, ਤੇ ਐਡਵਾਈਜ਼ਰ ਹੀ ਜਿਹੜਾ ਹੈਗਾ ਸਾਰੀ ਇਨਫੋਰਮੇਸ਼ਨ ਦੀ ਹੈਲਥ ਦੀ ਇਕੱਠੀ ਕਰਕੇ ਤੇ ਉਹ ਐਪਲੀਕੇਸ਼ਨ ਦੇ ਵਿੱਚ ਫਿਲ ਕਰਦਾ ਹੈਗਾ। ਇਹ ਤੁਸੀਂ ਆਪ ਪੜ੍ਹ ਸਕਦੇ ਹੈਗੇ ਹੋ। ਐਪਲੀਕੈਂਟ ਕੌਣ ਹੁੰਦਾ ਹੈਗਾ, ਮੰਨ ਲਓ ਕਿ ਇਹ ਥੋੜ੍ਹੇ ਜਿਹਾ ਤੁਹਾਨੂੰ ਜ਼ਰੂਰ ਕਲੀਅਰ ਹੋਣਾ ਚਾਹੀਦਾ ਐਪਲੀਕੈਂਟ ਕੌਣ ਹੈ। ਤੇ ਮੰਨ ਲਓ ਕਿ ਮੈਂ ਹੈਗਾ, ਤੇ ਮੇਰਾ ਬੇਟਾ ਛੋਟਾ, ਮੰਨ ਲਓ ਕਿ 15 ਸਾਲ ਦਾ, ਤੇ ਮੈਂ ਆਪਣੇ ਬੇਟੇ ਵਾਸਤੇ ਇੰਸ਼ੋਰੈਂਸ ਲੈਣੀ ਹੈਗੀ ਹੈ, ਪਰ ਐਪਲੀਕੈਂਟ ਮੈਂ ਹੈਗਾ, ਮੇਰਾ ਬੇਟਾ ਨਹੀਂ ਹੈਗਾ। ਕਿਉਂਕਿ ਐਪਲੀਕੈਂਟ ਜਿਹੜਾ ਹੈਗਾ ਕਿ 18+ ਹੋ ਸਕਦਾ ਹੈਗਾ।
ਤੇ ਉਹੀ ਪਾਲਿਸੀ ਹੋਲਡਰ ਹੁੰਦਾ ਹੈਗਾ, ਜਿਹੜਾ ਐਪਲੀਕੈਂਟ ਹੈਗਾ ਵੀ ਉਹੀ ਉਹਦਾ ਮਾਲਕ ਹੈਗਾ। ਉਹੀ ਡਿਸਾਈਡ ਕਰੇਗਾ ਕਿ ਕੌਣ ਬੈਨੀਫਿਸ਼ੀਅਰੀ ਹੋਏਗਾ, ਉਹੀ ਡਿਸਾਈਡ ਕਰੇਗਾ ਕਿ ਪਾਲਿਸੀ ਮੈਂ ਸਰੈਂਡਰ ਕਰਨੀ ਹੈ, ਕੈਂਸਲ ਕਰਾਉਣੀ ਹੈ ਜਾਂ ਨਹੀਂ ਕਰਾਉਣੀ ਹੈਗੀ। ਤੇ ਸਾਰੇ ਜਿਹੜੇ ਰਾਈਟਸ ਹੈਗੇ ਨੇ ਪਾਲਿਸੀ ਦੇ, ਉਹ ਐਪਲੀਕੈਂਟ ਦੇ ਕੋਲ ਜਾਂ ਪਾਲਿਸੀ ਹੋਲਡਰ ਦੇ ਕੋਲ ਹੋਣਗੇ। ਲਾਈਫ ਇੰਸ਼ੋਰਡ ਕੌਣ ਹੋ ਗਿਆ? ਜਿਵੇਂ ਮੈਂ ਐਗਜ਼ਾਮਪਲ ਲਈ ਆਪਣੀ ਤੇ ਆਪਣੇ ਬੇਟੇ ਦੀ, ਤੇ ਮੇਰਾ ਬੇਟਾ ਜਿਹੜਾ ਉਹ ਲਾਈਫ ਇੰਸ਼ੋਰਡ ਹੋ ਗਿਆ। ਤੇ ਕਿਹਦੀ ਲਾਈਫ ਜਿਹੜੀ ਹੈਗੀ ਹੈ ਇੰਸ਼ੋਰ ਕੀਤੀ ਗਈ, ਕਿਹਦੀ ਡੈਥ ਹੋਣ ਤੇ ਜਿਹੜੀ ਹੈ ਪਾਲਿਸੀ ਜਿਹੜੀ ਹੈਗੀ ਹੈ ਕਿ ਕਲੇਮ ਦਿੰਦੀ ਹੈ, ਉਹ ਲਾਈਫ ਇੰਸ਼ੋਰਡ ਹੋ ਗਿਆ। ਜਿਵੇਂ ਮੈਂ ਐਗਜ਼ਾਮਪਲ ਲਈ ਆ ਵੀ ਮੈਂ ਐਪਲੀਕੈਂਟ ਹੋ ਗਿਆ, ਮੇਰਾ ਬੇਟਾ ਲਾਈਫ ਇੰਸ਼ੋਰਡ ਹੋ ਗਿਆ। ਤੇ ਉਹ ਇਸ ਤਰ੍ਹਾਂ, ਜਾਂ ਮੰਨ ਲਓ ਕਿ ਮੈਂ ਪਾਲਿਸੀ ਲਈ ਹੈ ਤੇ ਮੇਰੀ ਵਾਈਫ ਜਿਹੜੀ ਹੈ ਉਹ ਲਾਈਫ ਇੰਸ਼ੋਰਡ ਹੈਗੀ ਆ। ਸੋ ਕਈ ਮੋਸਟਲੀ ਆਪਾਂ ਦੇਖਦੇ ਹਾਂ ਕਿ ਫੈਮਿਲੀ ਦਾ ਹੈਡ ਮੇਲ ਹੁੰਦਾ, ਉਹ ਪਾਲਿਸੀ ਡਿਸਾਈਡ ਕਰਦਾ, ਉਹੀ ਲੈ ਲੈਂਦਾ। ਪਰ ਉਹ ਓਨਰ ਹੈਗਾ, ਜ਼ਰੂਰੀ ਨਹੀਂ ਕਿ ਪੱਕਾ ਹੀ ਹੋਵੇ। ਮੈਂ ਵੀ ਵਾਈਫ ਮੇਰੀ ਖੁਦ ਵੀ ਓਨਰ ਵੀ ਹੋ ਸਕਦੀ ਹੈ, ਐਪਲੀਕੈਂਟ ਵੀ ਹੋ ਸਕਦੀ, ਤੇ ਲਾਈਫ ਇੰਸ਼ੋਰਡ ਵੀ ਹੋ ਸਕਦੀ ਹੈਗੀ ਆ। ਤੇ ਇਹ ਮੈਨੂੰ ਲੱਗਦਾ ਕਿ ਤੁਹਾਨੂੰ ਨੁਕਤਾ ਸਮਝ ਲੱਗ ਗਿਆ ਹੋਣਾ ਕਿ ਲਾਈਫ ਇੰਸ਼ੋਰਡ ਤੇ ਲਾਈਫ ਜਿਹੜਾ ਐਪਲੀਕੈਂਟ ਦਾ ਕੀ ਫਰਕ ਹੈਗਾ। ਬੈਨੀਫਿਸ਼ੀਅਰੀ ਇਹ ਹੈਗਾ ਕਿ ਜਿਹਦੀ ਮੰਨ ਲਓ ਕਿ ਬੰਦੇ ਦੀ ਡੈਥ ਹੋਈ ਹੈਗੀ ਹੈ, ਐਪਲੀਕੈਂਟ ਦੀ ਨਹੀਂ, ਮੈਂ ਜਿਹੜਾ ਇੰਸ਼ੋਰਡ ਪਰਸਨ ਸੀ ਉਹਦੀ ਡੈਥ ਹੋਈ ਹੈ, ਤੇ ਪੈਸੇ ਕਿਹਨੂੰ ਮਿਲਣ? ਉਹ ਓਨਰ ਨੂੰ ਵੀ ਮਿਲ ਸਕਦੇ ਹੈਗੇ ਨੇ, ਉਹ ਕਿਸੇ ਵੀ ਮੈਂਬਰ ਨੂੰ ਮਿਲ ਸਕਦੇ ਹੈਗੇ ਨੇ, ਫੈਮਿਲੀ ਮੈਂਬਰ ਨੂੰ ਮਿਲ ਸਕਦੇ ਹੈਗੇ ਨੇ, ਜਾਂ ਤੁਹਾਡੇ ਸਟੇਟ ਨੂੰ ਵੀ ਜਾ ਸਕਦੇ ਹੈਗੇ ਨੇ, ਜਾਂ ਜੇ ਤੁਸੀਂ ਕੋਈ ਚੈਰਿਟੀ ਨੂੰ ਬੈਨੀਫਿਸ਼ੀਅਰੀ ਬਣਾਇਆ, ਜਿਹਨੂੰ ਵੀ ਤੁਸੀਂ ਇਹ ਚਾਹੁੰਦੇ ਹੈਗੇ ਕਿ ਮੈਂ ਜਿਹੜੀ ਪਾਲਿਸੀ ਲਈ ਆ ਤੇ ਅਗਰ ਕਲੇਮ ਹੁੰਦਾ ਤੇ ਕਿਹਨੂੰ ਪੈਸੇ ਮਿਲਣ, ਤੇ ਇਹ ਵੀ ਜਿਹੜਾ ਉਹਨੂੰ ਆਪਾਂ ਬੈਨੀਫਿਸ਼ੀਅਰੀ ਕਹਿੰਦੇ ਹੈਗੇ ਆ। ਤੇ ਕਈ ਵਾਰੀ ਜੁਆਇੰਟ ਪਾਲਿਸੀਆਂ ਹੁੰਦੀਆਂ ਹੈਗੀਆਂ, ਤੇ ਜੁਆਇੰਟ ਪਾਲਿਸੀ ਦੇ ਵਿੱਚ ਜੇ ਮੰਨ ਲਓ ਵੀ ਹਸਬੈਂਡ ਵਾਈਫ ਨੇ ਦੋਨਾਂ ਨੇ ਪਾਲਿਸੀ ਲੈ ਲਈ, ਜਿਵੇਂ ਇੱਥੇ ਪਿੱਛੇ ਰਹਿ ਗਿਆ ਸੀ, ਮੈਂ ਜੁਆਇੰਟ ਪਾਲਿਸੀ ਦਾ ਬਾਰੇ ਸਮਝਾ ਦਿਆਂ। ਜੁਆਇੰਟ ਪਾਲਿਸੀ ਦੇ ਵਿੱਚ ਦੋ ਤਰ੍ਹਾਂ ਦੀਆਂ ਹੁੰਦੀਆਂ, ਜੁਆਇੰਟ ਫਸਟ ਟੂ ਡਾਈ। ਵੀ ਮੰਨ ਲਓ ਕਿ ਹਸਬੈਂਡ ਵਾਈਫ ਦੋਨਾਂ ਨੇ ਪਾਲਿਸੀ ਲੈ ਲਈ, ਪਰ ਜੇ ਪਹਿਲੇ ਨੂੰ ਦੀ ਡੈਥ ਹੋ ਜਾਂਦੀ ਹੈ ਤਾਂ ਕਲੇਮ ਮਿਲਦਾ ਹੈਗਾ। ਇਸੇ ਤਰ੍ਹਾਂ ਇਹ ਲਾਸਟ ਟੂ ਡਾਈ ਹੁੰਦੀ ਹੈਗੀ ਹੈ, ਜੁਆਇੰਟ ਹੈਗੀ ਪਾਲਿਸੀ, ਪਰ ਪਹਿਲੇ ਦੀ ਡੈਥ ਹੋ ਜਾਏ ਤੇ ਕਲੇਮ ਨਹੀਂ ਮਿਲਣਾ, ਦੂਸਰੇ ਦੀ ਡੈਥ ਹੋ ਜਾਏਗੀ ਤੇ ਫਿਰ ਕਲੇਮ ਮਿਲਣਾ ਹੈਗਾ। ਤੇ ਇਹ ਜਿਹੜਾ ਲਾਈਫ ਇੰਸ਼ੋਰਡ ਜਿਹੜੇ ਹੈਗੇ ਨੇ ਜੁਆਇੰਟ ਪਾਲਿਸੀ ਦੇ ਵਿੱਚ ਦੋ ਵੀ ਹੋ ਸਕਦੇ ਹੈਗੇ ਨੇ। ਸੌਰੀ। ਤੇ ਪਾਲਿਸੀ ਟਾਈਪ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਹੈਗੀਆਂ। ਟਰਮ ਇੰਸ਼ੋਰੈਂਸ ਹੋ ਸਕਦੀ ਆ, ਪਾਰਟੀਸਪੇਟਿੰਗ ਤੇ ਨਾਨ ਪਾਰਟੀਸਪੇਟਿੰਗ ਪਾਲਿਸੀਜ਼ ਹੁੰਦੀਆਂ ਹੈਗੀਆਂ, ਫਿਰ ਯੂਨੀਵਰਸਲ ਲਾਈਫ ਪਾਲਿਸੀਆਂ ਵੀ ਹੁੰਦੀਆਂ ਹੈਗੀਆਂ। ਤੇ ਪਿੱਛੇ ਮੈਨੂੰ ਲੱਗਦਾ ਆਪਾਂ ਇਹਦੇ ਬਾਰੇ ਪੜ੍ਹ ਚੁੱਕੇ ਹੈਗੇ ਆ ਕਿ ਟਰਮ ਦਾ ਮਤਲਬ ਟੈਂਪਰੇਰੀ, ਅਗਰ ਕੋਈ ਸਾਡੇ ਤੋਂ ਕੋਈ ਲਾਇਬਿਲਿਟੀ ਉਹਨੂੰ ਆਪਾਂ ਕਵਰ ਕਰਨੇ ਚਾਹੁੰਦੇ ਹਾਂ। ਪਾਰਟੀਸਪੇਟਿੰਗ ਦਾ ਮਤਲਬ ਕਿ ਮੈਨੂੰ ਪੱਕੀ ਰਿਟਰਨ ਨਹੀਂ ਆਉਣੀ ਹੈਗੀ, ਮੈਂ ਪਾਰਟੀਸਪੇਟ ਕਰ ਰਿਹਾ। ਜੇ ਅਗਰ ਇੰਸ਼ੋਰੈਂਸ ਕੰਪਨੀ ਨੂੰ ਜਿੱਦਾਂ ਜਿੱਦਾਂ ਪ੍ਰੋਫਿਟ ਹੁੰਦਾ, ਉਸੇ ਤਰ੍ਹਾਂ ਮੈਂ ਵੀ ਉਹਦਾ ਹਿੱਸੇਦਾਰ ਬਣਦਾ ਹੈਗਾ। ਨਾਨ ਪਾਰਟੀਸਪੇਟਿੰਗ ਦਾ ਮਤਲਬ ਮੈਂ ਕੋਈ ਪਾਰਟੀਸਪੇਟ ਨਹੀਂ ਕਰਨਾ, ਮੈਨੂੰ ਫਿਕਸ ਕੰਪਨੀ ਨੇ ਰਿਟਰਨ ਦੇਣੀ ਹੈਗੀ ਆ। ਯੂਨੀਵਰਸਲ ਲਾਈਫ ਜਿਹੜੀ ਹੈ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਐਕਸਟਰਾ ਇਨਵੈਸਟਮੈਂਟ ਪੋਰਸ਼ਨ ਵੀ ਪ੍ਰੀਮੀਅਮ ਦਾ ਜਮ੍ਹਾਂ ਕਰਵਾ ਸਕਦੇ ਹੈਗੇ ਹੋ। ਇਹ ਆਪਾਂ ਪਿੱਛੇ ਪੜ੍ਹ ਚੁੱਕੇ ਹੈਗੇ ਆ। ਤੇ ਤੋ ਇਹਦੇ ਵਿੱਚ ਜਿਹੜਾ ਯੂਨੀਵਰਸਲ ਲਾਈਫ ਦੇ ਵਿੱਚ ਹੁੰਦਾ ਮੋਸਟਲੀ ਈਅਰਲੀ ਰੀਨਿਊਬਲ ਟਰਮ ਜਿਹੜੀ ਆ, ਤੁਸੀਂ ਪ੍ਰੀਮੀਅਮ ਪੇ ਕਰਨ YRT ਪਿੱਛੇ ਆਪਾਂ ਪੜ੍ਹਿਆ ਸੀ, ਜਾਂ ਲੈਵਲ ਪੜ੍ਹਨਾ ਹੈਗਾ, ਕੁਛ ਵੀ ਤੁਸੀਂ ਉਹਦੇ 'ਚ ਚੂਜ਼ ਕਰ ਸਕਦੇ ਹੈਗੇ ਹੋ। ਰਾਈਡਰ ਤੇ ਸਪਲੀਮੈਂਟ ਦਾ ਮਤਲਬ ਇਹ ਹੁੰਦਾ ਕਿ ਇੱਕ ਤਾਂ ਹੋ ਗਿਆ ਮੇਨ ਬੈਨੀਫਿਟ ਹੋ ਗਿਆ, ਜਿਵੇਂ ਰਾਈਡਰ ਤੇ ਸਪਲੀਮੈਂਟ ਬੈਨੀਫਿਟਸ ਦਾ ਮਤਲਬ ਹੁੰਦਾ ਕਿ ਜਿਵੇਂ ਇੱਕ ਮੇਨ ਬੈਨੀਫਿਟ ਹੋ ਗਿਆ ਪਾਲਿਸੀ ਦਾ ਕਿ ਲਾਈਫ ਇੰਸ਼ੋਰੈਂਸ ਕਵਰੇਜ ਹੈ, ਜੇ ਡੈਥ ਹੋਏਗੀ ਤੇ ਪੈਸੇ ਮਿਲਣੇ ਨੇ। ਪਰ ਰਾਈਡਰ ਦਾ ਮਤਲਬ ਕੁਝ ਐਡੀਸ਼ਨਲ ਚੀਜ਼ਾਂ ਵੀ ਜਿਹੜੀਆਂ ਇੱਕ ਮੇਨ ਦੇ ਨਾਲ ਹੋਰ ਅਟੈਚ ਚੀਜ਼ਾਂ ਹੋਣ, ਉਹਨਾਂ ਨੂੰ ਆਪਾਂ ਰਾਈਡਰਸ ਕਹਿ ਦਿੰਦੇ ਹੈਗੇ ਆ, ਜਾਂ ਸਪਲੀਮੈਂਟਰੀ ਬੈਨੀਫਿਟਸ ਕਹਿ ਦਿੰਦੇ ਹੈਗੇ ਆ। ਤੇ ਇਹ ਮਤਲਬ ਕਈ ਤਰ੍ਹਾਂ ਦੇ ਇਹਦੇ ਵਿੱਚ ਹੁੰਦੇ ਨੇ ਬੈਨੀਫਿਟ, ਜਿਵੇਂ ਇੱਥੇ ਐਗਜ਼ਾਮਪਲ ਦਿੱਤਾ ਗਰੰਟਡ ਇੰਸ਼ੋਰੇਬਿਲਟੀ ਬੈਨੀਫਿਟ। ਗਰੰਟਡ ਇੰਸ਼ੋਰੇਬਿਲਟੀ ਬੈਨੀਫਿਟ ਦਾ ਮਤਲਬ ਇਹ ਹੈਗਾ ਕਿ ਅਗਰ ਫਿਊਚਰ ਦੇ ਵਿੱਚ ਬੰਦਾ ਕੋਈ ਹੋਰ ਆਪਣੀ ਪਾਲਿਸੀ ਜਿਹੜੀ ਇੰਸ਼ੋਰੈਂਸ ਹੈਗੀ ਵਧਾਉਣਾ ਚਾਹੁੰਦਾ ਹੈਗਾ, ਤੇ ਉਹਨੂੰ ਗਰੰਟਡ ਹੀ ਜਿਹੜੀ ਮਿਲੇਗੀ, ਤੇ ਉਹ ਜਿੰਨੀ
ਕੰਪਨੀ ਨੇ ਆਪਣੀ ਪਾਲਿਸੀ ਦੇ ਵਿੱਚ ਅਲਾਓ ਕੀਤੀ ਹੁੰਦੀ ਹੈ। ਮੰਨ ਲਓ ਮੈਂ ਹੁਣ 1 ਲੱਖ ਦੀ ਲੈ ਲਈ, ਪਰ ਮੈਂ ਸੋਚਦਾ ਬਾਅਦ 'ਚ ਮੈਨੂੰ 2 ਲੱਖ ਦੀ ਲੋੜ ਪੈ ਸਕਦੀ ਇੰਸ਼ੋਰੈਂਸ ਦੀ, ਤੇ ਮੈਂ GIB ਲੈ ਕੇ, ਗਰੰਟਡ ਇੰਸ਼ੋਰੇਬਿਲਟੀ ਬੈਨੀਫਿਟ ਨਾਲ ਅਟੈਚ ਕਰਕੇ, ਰਾਈਡਰ ਅਟੈਚ ਕਰਕੇ, ਤੇ ਉਹਦੇ ਵਿੱਚ ਮੰਨ ਲਓ ਕਿ ਜੇ ਕੰਪਨੀ ਅਲਾਓ ਕਰਦੀ ਹੈਗੀ ਕਿ ਮੈਂ 1 ਲੱਖ ਹੋਰ ਲੈ ਸਕਦਾ, ਤੇ ਇਹਦੇ ਥੋੜ੍ਹੇ ਜਿਹੇ ਮੈਂ ਪੈਸੇ ਪਹਿਲਾਂ ਹੁਣੇ ਪੇ ਕਰ ਦਾਂਗਾ ਗਰੰਟੀ ਦੇ ਤੌਰ ਤੇ, ਕਿ ਜੇ ਮੈਂ ਫਿਊਚਰ 'ਚ ਲੈਣਾ ਚਾਹਵਾਂ 1 ਲੱਖ ਦੀ ਹੋਰ, ਤਾਂ ਮੈਨੂੰ ਉਹ ਕੰਪਨੀ ਦੇਗੀ, ਤੇ ਇਹ ਰਾਈਡਰ ਦੇ ਤੌਰ ਤੇ ਹੋ ਜਾਂਦਾ। ਜਾਂ ਫੈਮਿਲੀ ਕਵਰੇਜ ਰਾਈਡਰ ਵਿੱਚ ਅਟੈਚ ਹੋ ਸਕਦਾ ਹੈਗਾ, ਤੇ ਖਾਸ ਕਰਕੇ ਬੱਚਿਆਂ ਦੇ ਨਾਲ ਜਿਹੜਾ ਹੈ, ਬੱਚਿਆਂ ਵਾਸਤੇ ਆਪਾਂ ਅਟੈਚ ਕਰਦੇ ਹੈਗੇ ਆ, ਤਾਂ ਇਹਨੂੰ ਆਪਾਂ ਰਾਈਡਰ ਕਹਿ ਦਿੰਦੇ ਹੈਗੇ ਆ, ਜਾਂ ਸਪਲੀਮੈਂਟਰੀ ਬੈਨੀਫਿਟਸ ਕਹਿ ਦਿੰਦੇ ਹੈਗੇ ਆ। ਤੇ ਪ੍ਰੀਮੀਅਮ ਆਪਸ਼ਨ ਜਿਹੜੀ ਆ ਉਹ ਵੀ ਆਪਾਂ ਐਨੂਅਲੀ ਦੇ ਸਕਦੇ ਹੈਗੇ ਆ, ਕੁਆਟਰਲੀ ਦੇ ਸਕਦੇ ਆ, ਮੰਥਲੀ ਦੇ ਸਕਦੇ ਹੈਗੇ ਆ। ਇਹ ਸਾਡੇ ਕੋਲ ਸਾਰੀਆਂ ਜਿਹੜੀਆਂ ਆਪਸ਼ਨ ਹੁੰਦੀਆਂ ਹੈਗੀਆਂ। ਤੇ ਦੂਸਰਾ ਕਈ ਵਾਰੀ ਜਿਹੜਾ ਹੈਗਾ ਕਿ ਸਿੰਗਲ ਪ੍ਰੀਮੀਅਮ ਦੀ ਵੀ ਆਪਸ਼ਨ ਹੁੰਦੀ ਹੈਗੀ ਹੈ, ਵੀ ਮੰਨ ਲਓ ਜੇ ਕੰਪਨੀ ਨੇ 20,000 ਲੈਣਾ 20 ਸਾਲਾਂ ਦੇ ਵਿੱਚ, ਕਈ ਵਾਰੀ ਕੰਪਨੀ ਇਕੱਠਾ ਵੀ ਕਈਆਂ ਜਿਹੜੀਆਂ ਇੰਸ਼ੋਰੈਂਸ ਪਾਲਿਸੀਆਂ ਦੇ ਵਿੱਚ ਹੁੰਦਾ ਹੈਗਾ, ਤਾਂ ਸਿੰਗਲ ਪ੍ਰੀਮੀਅਮ ਵੀ ਹੁੰਦਾ, ਪਰ ਮੋਟੇ ਤੌਰ ਤੇ ਜਿਹੜਾ ਹੈਗਾ ਐਨੂਅਲੀ, ਕੁਆਟਰਲੀ ਤੇ ਮੰਥਲੀ ਜਿਹੜਾ ਹੁੰਦਾ ਹੈਗਾ। ਇਹ ਤੁਹਾਡੇ ਪ੍ਰੀ ਆਥੋਰਾਈਜ਼ ਚੈਕਿੰਗ ਦਾ ਮਤਲਬ ਤੁਹਾਡੇ ਅਕਾਊਂਟ 'ਚ ਵੀ ਪੈਸੇ ਜਿਹੜੇ ਨੇ ਉਹ ਚੱਕੇ ਜਾਂਦੇ ਹੈਗੇ ਨੇ। ਤੇ ਇਸੇ ਤਰ੍ਹਾਂ ਡਿਵੀਡੈਂਡ ਆਪਸ਼ਨ ਜਿਹੜੀਆਂ ਹੈਗੀਆਂ ਕਿ ਆਪਾਂ ਚੂਜ਼ ਕਰਨਾ ਹੁੰਦਾ ਕਿ ਫਾਰ ਪਾਰਟਿਸਿਪੇਟਿੰਗ ਹੋਲ ਲਾਈਫ ਪਾਲਿਸੀਜ਼ ਦਾ ਐਪਲੀਕੈਂਟ ਮਸਟ ਚੂਜ਼ ਅ ਡਿਵੀਡੈਂਡ ਪੇਮੈਂਟ ਆਪਸ਼ਨ, ਕਿ ਉਹਨੇ ਕਿੱਦਾਂ ਲੈਣੇ। ਪਿੱਛੇ ਆਪਾਂ ਪੜ੍ਹੀਆਂ ਹੈਗੀਆਂ ਕਿ ਜਦੋਂ ਆਪਾਂ ਐਪਲੀਕੇਸ਼ਨ ਮਤਲਬ ਭਰਦੇ ਹੈਗੇ ਆ, ਤਾਂ ਉਦੋਂ ਹੀ ਆਪਾਂ ਚੂਜ਼ ਕਰਨੀ ਹੈ ਕਿ ਮੈਨੂੰ ਪ੍ਰੀਮੀਅਮ ਕਿਸ ਤਰ੍ਹਾਂ ਮਿਲੇ, ਕਿ ਪ੍ਰੀਮੀਅਮ ਰਿਡਕਸ਼ਨ ਮਿਲੇ, ਜਾਂ ਮੈਨੂੰ ਜਿਹੜਾ ਡਿਵੀਡੈਂਡ ਆਪਸ਼ਨ ਕਿਸ ਤਰ੍ਹਾਂ ਮਿਲੇ, ਤੇ ਜਾਂ ਪ੍ਰੀਮੀਅਮ ਰਿਡਕਸ਼ਨ ਆਪਸ਼ਨ, ਪੇਡ ਅਪ ਐਡੀਸ਼ਨਸ, ਜਾਂ ਟਰਮ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਮੈਂ ਲੈਣੀ ਹੈਗੀ ਆ। ਤੇ ਇਹ ਆਪਾਂ ਨੂੰ ਪਹਿਲਾਂ ਹੀ ਚੂਜ਼ ਕਰਨੇ ਪੈਂਦੀ ਜਦੋਂ ਅਸੀਂ ਐਪਲੀਕੇਸ਼ਨ ਭਰਦੇ ਹੈਗੇ ਆ। ਤੋ ਐਪਲੀਕੈਂਟ ਜਿਹੜਾ ਹੁੰਦਾ ਉਹਦੀ ਆਪਾਂ ਫਾਈਨੈਂਸ਼ੀਅਲ ਏਬਿਲਿਟੀ ਵੀ ਦੇਖਦੇ ਹੈਗੇ ਆ ਕਿ ਉਹਦੇ ਕੋਲ ਪ੍ਰੀਮੀਅਮ ਪੇ ਕਰਨ ਵਾਸਤੇ ਪੈਸੇ ਹੈ ਨੇ ਜਾਂ ਨਹੀਂ ਹੈ। ਇੰਸ਼ੋਰੇਬਲ ਇੰਟਰਸਟ, ਇਹ ਜਿਹੜੀ ਹੈ ਚੀਜ਼ ਤੁਸੀਂ ਜ਼ਰੂਰ ਨੋਟ ਕਰਨੀ ਹੈਗੀ ਆ ਕਿ ਜਿਹੜਾ ਵੀ ਬੰਦਾ ਐਪਲੀਕੈਂਟ ਹੈਗਾ, ਤੇ ਕਿਉਂਕਿ ਐਪਲੀਕੈਂਟ ਦਾ ਹੀ ਆਪਾਂ ਦੇਖਣਾ ਕਿ ਉਹਦੇ ਕੋਲ ਪੈਸੇ ਹੈਗੇ ਨੇ। ਮੰਨ ਲਓ ਕਿ ਮੈਂ ਪਾਲਿਸੀ ਲੈ ਰਿਹਾ ਹੈਗਾ, ਭਾਵੇਂ ਆਪਣੇ ਤੇ ਲੈ ਰਿਹਾ ਹੈਗਾ, ਜਾਂ ਮੈਂ ਆਪਣੀ ਫੈਮਿਲੀ ਮੈਂਬਰ ਦੇ ਵਾਸਤੇ ਲੈ ਰਿਹਾ ਹੈਗਾ, ਤੇ ਮੇਰੀ ਜਿਹੜੀ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ ਪ੍ਰੀਮੀਅਮ ਦੇਣ ਦੀ ਜਾਂ ਨਹੀਂ ਹੈਗੀ, ਇਹ ਚੈੱਕ ਕਰਨੀ ਬਹੁਤ ਜ਼ਰੂਰੀ ਹੈਗੀ ਹੈ। ਇੰਸ਼ੋਰੇਬਲ ਇੰਟਰਸਟ ਦਾ ਮਤਲਬ ਹੁੰਦਾ ਕਿ ਤੁਸੀਂ ਕਿਉਂ ਇੰਸ਼ੋਰੈਂਸ ਪਾਲਿਸੀ ਲੈ ਰਹੇ ਹੈਗੇ ਹੋ। ਮੰਨ ਲਓ ਆਪਣੀ ਮੈਂ ਲੈ ਰਿਹਾ, ਤਾਂ ਸਮਝ ਆਉਂਦੀ ਹੈਗੀ ਕਿ ਮੈਂ ਆਪਣੀ ਫੈਮਿਲੀ ਵਾਸਤੇ ਲੈ ਰਿਹਾ ਹੈਗਾ, ਪਰ ਮੈਂ ਆਪਣੀ ਵਾਈਫ ਦੀ ਪਾਲਿਸੀ ਲੈ ਰਿਹਾ ਹੈਗਾ, ਤਾਂ ਸਮਝ ਆਉਂਦੀ ਹੈਗੀ ਕਿ ਮੈਂ ਆਪਣੀ ਵਾਈਫ ਦੀ ਪਾਲਿਸੀ ਲੈ ਰਿਹਾ ਹੈਗਾ। ਮੈਂ ਆਪਣੇ ਬੱਚਿਆਂ ਦੀ ਪਾਲਿਸੀ ਲੈ ਰਿਹਾ, ਤੇ ਸਮਝ ਆਉਂਦੀ ਹੈਗੀ ਕਿ ਮੈਂ ਆਪਣੇ ਬੱਚਿਆਂ ਦੇ ਪਾਲਿਸੀ ਲੈ, ਮੇਰਾ ਇੰਟਰਸਟ ਹੈਗਾ ਉਹਨਾਂ ਦੀ ਪਾਲਿਸੀ ਲੈਣ ਦੇ ਵਿੱਚ। ਪਰ ਮੈਂ ਆਪਣੇ ਗੁਆਂਢੀ ਦੀ ਪਾਲਿਸੀ ਜਿਹੜੀ ਹੈਗੀ ਨਹੀਂ ਲੈ ਸਕਦਾ ਹੈਗਾ, ਕਿਉਂਕਿ ਮੇਰਾ ਕੀ ਇੰਟਰਸਟ ਹੈਗਾ ਉਹਦੇ ਵਿੱਚ। ਕਿਉਂਕਿ ਜੇ ਅਗਰ ਗੁਆਂਢੀ ਦੀ ਕੋਈ ਡੈਥ ਹੁੰਦੀ ਹੈ, ਤਾਂ ਮੇਰੇ ਤੇ ਕੋਈ ਫਾਈਨੈਂਸ਼ੀਅਲ ਬਰਡਨ ਥੋੜ੍ਹਾ ਪੈਂਦਾ ਹੈਗਾ। ਤੋ ਇੰਸ਼ੋਰੇਬਲ ਇੰਟਰਸਟ ਹੋਣਾ ਬਹੁਤ ਜ਼ਰੂਰੀ ਹੈਗਾ, ਤਾਂ ਹੀ ਜਿਹੜਾ ਹੈਗਾ ਕਿ ਉਹ ਪਾਲਿਸੀ ਇਸ਼ੂ ਹੋਏਗੀ। ਤੇ ਜਸਟੀਫਿਕੇਸ਼ਨ, ਜਿੰਨੀ ਤੁਸੀਂ ਅਮਾਊਂਟ ਦੀ ਪਾਲਿਸੀ ਲੈ ਰਹੇ ਹੈਗੇ ਹੋ, ਉਹਨੂੰ ਜਸਟੀਫਾਈ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਕਿ ਕਿਉਂ ਤੁਸੀਂ ਇੰਨੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੈਗੇ ਹੋ। ਭਾਵੇਂ 5 ਲੱਖ ਹੈ, ਭਾਵੇਂ ਮਿਲੀਅਨ ਹੈ, ਤੇ ਕਿਉਂ ਤੁਸੀਂ ਉਨੀ ਇੰਸ਼ੋਰੈਂਸ ਲੈਣਾ ਚਾਹੁੰਦੀ, ਇਹ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੁੰਦਾ ਹੈਗਾ। ਤੇ ਇੰਸ਼ੋਰੈਂਸ ਐਪਲੀਕੇਸ਼ਨ ਹਿਸਟਰੀ, ਵੀ ਪਹਿਲਾਂ ਉਹਨੇ ਕਦੀ ਕੋਈ ਐਪਲੀਕੇਸ਼ਨ ਸਬਮਿਟ ਕੀਤੀ ਹੈ, ਕੋਈ ਡਿਕਲਾਈਨ ਤੇ ਨਹੀਂ ਹੋਈ, ਰੇਟ ਤੇ ਨਹੀਂ ਵਧਿਆ, ਇਹ ਵੀ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਪੁੱਛਦੇ ਹੈਗੇ ਆ, ਕਿਉਂਕਿ ਜਿਹੜੇ ਹਿਸਟਰੀ ਪਿੱਛੇ ਹੁੰਦੀ ਹੈ ਉਹਦੇ ਤੋਂ ਜਿਹੜਾ ਸਾਨੂੰ ਪਤਾ ਲੱਗ ਜਾਂਦਾ ਹੈਗਾ ਕਿ ਬੰਦੇ ਨੂੰ ਜੇ ਕੋਈ ਪਹਿਲਾਂ ਕੋਈ ਹੈਲਥ ਇਸ਼ੂ ਜਾਂ ਕੋਈ ਫਾਈਨੈਂਸ਼ੀਅਲ ਇਸ਼ੂ ਤੇ ਨਹੀਂ ਸੀ ਹੈਗਾ। ਫਾਈਨੈਂਸ਼ੀਅਲ ਏਬਿਲਿਟੀ ਦੇ ਵਿੱਚ ਉਹਦਾ ਆਪਾਂ ਵੇਖਦੇ ਹਾਂ ਵੀ ਆਕੂਪੇਸ਼ਨ ਕੀ ਕਰਦਾ, ਉਹਦਾ ਇੰਪਲਾਇਰ ਕੌਣ, ਉਹਦੀ ਇਨਕਮ ਕਿੰਨੀ ਹੈਗੀ ਹੈ, ਹੋਰ ਕੋਈ ਐਡੀਸ਼ਨਲ ਸੋਰਸ ਉਹਦਾ ਇਨਕਮ ਦਾ ਹੈਗਾ ਕਿ ਨਹੀਂ ਹੈ, ਨੈਟਵਰਥ। ਕਿਉਂਕਿ ਜਿੰਨੀ ਜ਼ਿਆਦਾ ਆਪਾਂ ਇੰਸ਼ੋਰੈਂਸ ਲੈਂਦੇ ਹਾਂ, ਉਨੀ ਜ਼ਿਆਦਾ ਹੀ ਸਾਨੂੰ ਇਹ ਚੀਜ਼ਾਂ ਵੇਖਣੇ ਪੈਂਦੀਆਂ ਹੈਗੀਆਂ ਵੀ ਕਲਾਇੰਟ ਦੀ ਫਾਈਨੈਂਸ਼ੀਅਲ ਐਬਿਲਿਟੀ ਹੈਗੀ ਹੈ ਪੇ ਕਰਨ ਦੀ ਕਿ ਨਹੀਂ ਹੈਗੀ। ਇੰਸ਼ੋਰੇਬਲ ਇੰਟਰਸਟ ਦਾ ਮੈਂ ਤੁਹਾਨੂੰ ਦੱਸਦਾ ਵੀ ਉਹਦਾ ਬੱਚਾ ਹੋਏਗਾ, ਜਾਂ ਗ੍ਰੈਂਡ ਚਿਲਡਰਨ ਹੋਏਗਾ, ਜਾਂ ਸਪਾਊਸ ਹੋਏਗੀ, ਤਾਂ ਲੈ ਸਕਦਾ ਹੈ। ਐਨੀ ਪਰਸਨ ਅਪਨ ਹੋਮ ਹੀ ਇਜ਼ ਹੋਲੀ ਔਰ ਪਾਰਸ਼ਲੀ ਡਿਪੈਂਡੈਂਟ ਫਾਰ ਸਪੋਰਟ ਔਰ ਐਜੂਕੇਸ਼ਨ, ਹਿਜ਼ ਐਮਪਲਾਈ, ਉਹਦਾ ਐਮਪਲਾਈ ਦੇ, ਕਈ ਵਾਰੀ ਆਪਾਂ ਐਮਪਲਾਈ ਦੀ ਵੀ ਇੰਸ਼ੋਰੈਂਸ ਲੈ ਲੈਂਦੇ ਹੈਗੇ ਆ, ਕਿਉਂਕਿ ਐਮਪਲਾਈ ਦੀ ਡੈਥ ਹੁੰਦੀ ਹੈ, ਤੇ ਕਈ ਵਾਰੀ ਮਾਲਕ ਨੂੰ ਜਿਹੜਾ ਫਾਈਨੈਂਸ਼ੀਅਲ ਲਾਸ ਹੋ ਸਕਦਾ ਹੈਗਾ, ਤੇ ਇਸ ਕਰਕੇ
ਇੱਥੋਂ ਮਤਲਬ ਵੀ ਪ੍ਰੂਫ ਹੁੰਦਾ ਕਿ ਉਹਦਾ ਇੰਸ਼ੋਰੇਬਲ ਇੰਟਰਸਟ ਉਹਦੇ ਵਿੱਚ ਹੈਗਾ। ਤੇ ਐਨੀ ਪਰਸਨ ਇਨ ਦਾ ਡਿਊਰੇਸ਼ਨ ਆਫ whose life he has a pecuniary ਇੰਟਰਸਟ ਪਤਾ ਨਹੀਂ, ਮੈਂ ਪਹਿਲੀ ਵਾਰੀ ਪੜ੍ਹਿਆ ਹੈਗਾ। ਤੇ ਐਨੀ ਹੋ ਤੁਸੀਂ ਸਰਚ ਮਾਰ ਕੇ ਵੀ ਗੂਗਲ ਦੇ ਵਿੱਚ ਦੇਖ ਸਕਦੇ ਆ ਕਿ ਪੈਕਿਊਨੀਅਰੀ ਦਾ ਕੀ ਮਤਲਬ ਹੈਗਾ। ਤੇ ਮੈਨੂੰ ਲੱਗਦਾ ਕਿ ਮੈਂ ਇੱਥੇ ਥੋੜ੍ਹਾ ਜਿਹਾ ਮਿਸ ਕਰ ਗਿਆ ਹੈਗਾ। ਅਤੇ ਮੈਂ ਦੁਬਾਰਾ ਇੱਥੇ ਦੱਸਦਾ ਪਿਆ ਜਿਹੜਾ ਇੰਸ਼ੋਰੇਬਲ ਦਾ ਜਿਹੜਾ ਹੈਗਾ ਇੰਟਰਸਟ ਕੀ ਹੈਗਾ, ਕਿ ਉਹਦਾ ਬੱਚਾ ਜਿਹੜਾ ਹੈਗਾ ਕਿ ਹੋਵੇ ਜਾਂ ਗ੍ਰੈਂਡ ਚਿਲਡਰਨ ਹੋਵੇ ਜਾਂ ਉਹਦੀ ਸਪਾਊਸ ਹੋਵੇ, ਅਤੇ ਜਾਂ ਉਹਦੇ ਉੱਤੇ ਕੋਈ ਡਿਪੈਂਡੈਂਟ ਹੋਵੇ ਜਾਂ ਉਹਦਾ ਕੋਈ ਇੰਪਲਾਈ ਹੋਵੇ, ਤਾਂ ਹੀ ਜਿਹੜਾ ਹੈਗਾ ਕਿ ਤੁਸੀਂ ਉਹਦੀ ਇੰਸ਼ੋਰੈਂਸ ਲੈ ਸਕਦੇ ਹੈਗੇ ਹੋ। ਤਾਂ ਹੀ ਆਪਾਂ ਕਹਿ ਸਕਦੇ ਹਾਂ ਉਹਦੇ ਇੰਸ਼ੋਰੇਬਲ ਇੰਟਰਸਟ ਹੈਗਾ ਉਹਦੇ ਵਿੱਚ। ਸੋ ਅੱਗੇ ਇੱਕ ਐਗਜ਼ਾਮਪਲ ਦਿੱਤੀ ਹੈ, ਇੱਕ ਲੇਡੀ ਹੈ ਤੇ ਉਹਦਾ ਹਸਬੈਂਡ ਹੈ। ਹਸਬੈਂਡ ਨੇ $5 ਲੱਖ ਦੀ ਪਾਲਿਸੀ ਲੈ ਲਈ, 20 ਸਾਲਾਂ ਵਾਸਤੇ ਲੈ ਲਈ, ਪਰ ਲੇਟਰ ਔਨ ਜਾ ਕੇ ਉਹਨਾਂ ਦਾ ਡਿਵੋਰਸ ਹੋ ਗਿਆ ਅਤੇ ਲੇਡੀ ਨੇ ਜਿਹੜੀ ਹੈਗੀ ਉਹ ਦੁਬਾਰਾ ਮੈਰਿਜ ਕਰਵਾ ਲਈ। ਅਤੇ ਜਸਟਨ ਨੋ ਲੋਂਗਰ ਹੈ, ਤੇ ਹੁਣ ਜਸਟਨ ਜਿਹੜਾ ਉਹਦਾ ਹਸਬੈਂਡ ਸੀ ਉਹਦਾ ਕੋਈ ਇੰਟਰਸਟ ਨਹੀਂ ਰਿਹਾ ਹੈਗਾ, ਕਿਉਂਕਿ ਉਹਦੀ ਵੱਖਰੇ ਲਾਈਫ ਹੋ ਗਈ, ਉਹ ਤਾਂ ਡਿਪੈਂਡੈਂਟ ਨਹੀਂ ਇੱਕ ਦੂਜੇ ਦੇ ਉੱਤੇ ਹੈਗੇ। ਅਤੇ ਇਹਦਾ ਮਤਲਬ ਕਿ ਜਸਟਨ ਦਾ ਇੰਟਰਸਟ ਇੰਸ਼ੋਰੇਬਲ ਇੰਟਰਸਟ ਨਹੀਂ ਰਿਹਾ। The existing policy remains valid, but Justin would likely not be able to buy any additional coverage on Isabel's life. ਹੁਣ ਜਿਹੜੀ ਪਾਲਿਸੀ ਪਹਿਲਾਂ ਖਰੀਦ ਲਈ ਸੀ, ਜੋ ਉਹਨਾਂ ਡਿਵੋਰਸ ਹੋ ਗਿਆ, ਨਹੀਂ ਵੀ ਇੰਸ਼ੋਰੇਬਲ ਇੰਟਰਸਟ ਰਿਹਾ, ਤਾਂ ਵੀ ਜਿਹੜਾ ਹੈਗਾ ਕਿ ਉਹਨੇ ਜਿਹੜੀ ਆਲਰੇਡੀ ਪਾਲਿਸੀ ਲਈ ਹੈਗੀ ਉਹਨੂੰ ਕੈਂਸਲ ਕਰਾਉਣ ਦੀ ਲੋੜ ਨਹੀਂ ਹੈਗੀ। ਠੀਕ ਹੈ, ਜਿਵੇਂ ਲਿਖਿਆ ਕਿ ਐਨੀ ਪਰਸਨ ਇਨ ਦਾ ਡਿਊਰੇਸ਼ਨ ਆਫ ਹੂਜ਼ ਲਾਈਫ ਹੀ ਹੈਜ਼ ਇਹ ਪੈਕਿਊਨੀਅਰੀ ਇੰਟਰਸਟ, ਵੀ ਪਹਿਲਾਂ ਸੀ ਹੁਣ ਉਹਦਾ ਇੰਟਰਸਟ ਉਹਦੇ ਵਿੱਚ ਇੰਸ਼ੋਰੇਬਲ ਇੰਟਰਸਟ ਨਹੀਂ ਰਿਹਾ, ਪਰ ਪਾਲਿਸੀ ਜਿਹੜੀ ਹੈਗੀ ਆ ਉਹ ਰੱਖ ਸਕਦਾ ਹੈਗਾ। ਤਾਂ ਯੂਜ਼ਲੀ ਜਿਹੜਾ ਹੈਗਾ ਸਾਈਨ ਜਿਹੜਾ ਹੈਗਾ ਵੀ ਜਦੋਂ ਵੀ ਆਪਾਂ ਮਤਲਬ ਮੈਂ ਆਪਣੇ EMPLOYEE ਦੀ ਇੰਸ਼ੋਰੈਂਸ ਕਰਾ ਰਿਹਾ ਹੈਗਾ, ਅਤੇ ਮੈਨੂੰ ਉਹਨੂੰ ਜਿਹੜਾ ਕਨਫੀਡੈਂਸ ਵਿੱਚ ਲੈਣਾ ਪਏਗਾ, ਉਹਨੂੰ ਦੱਸਣਾ ਪਏਗਾ, ਉਹਦੀ ਕੰਸੈਂਟ ਲੈਣੀ ਪਏਗੀ ਬਾਈ ਸਾਈਨਿੰਗ ਦਾ ਇੰਸ਼ੋਰੈਂਸ ਐਪਲੀਕੇਸ਼ਨ। ਇਸੇ ਤਰ੍ਹਾਂ ਉਹ ਕਹਿੰਦਾ ਕਿ ਜਸਟਨ ਜੋ ਪਿਛਲੀ ਐਗਜ਼ਾਮਪਲ ਵਾਲਾ ਜਸਟਨ ਹੈਗਾ, ਉਹਦਾ ਗੁਆਂਢ ਵਿੱਚ ਕੋਈ ਬੰਦਾ ਰਹਿੰਦਾ ਹੈਗਾ, ਬੜਾ ਐਡਵੈਂਚਰਸ ਪਰਸਨ ਹੈਗਾ, ਅਤੇ ਸਪੋਰਟ ਵਗੈਰਾ ਕਰਦਾ ਅਤੇ ਖੇਡਦਾ ਵੀ ਹੈਗਾ। ਅਤੇ ਜਸਟਨ ਨੇ ਕਿਹਾ ਹੈਗਾ ਕਿ ਮੰਨ ਲਓ ਇੱਥੇ ਉੱਦਾਂ ਹੀ ਲਿਖਿਆ ਹੈਗਾ ਕਿ ਉਹਦਾ ਗੁਆਂਢੀ ਜਿਹੜਾ ਹੈਗਾ ਕਿ ਉਹ ਕਿਤੇ ਟੂਰ 'ਤੇ ਜਾਣਾ ਚਾਹੁੰਦਾ ਹੈਗਾ, ਵੀ ਐਕਸਪੀਡੀਸ਼ਨ ਦਾ ਮਤਲਬ ਖੋਜ ਕਰਨ ਵਾਲੇ ਜਿਹੜਾ ਹੈਗਾ ਨਾਰਥ ਪੋਲ 'ਤੇ ਜਾਣਾ ਚਾਹੁੰਦਾ। ਜਸਟਨ ਕਹਿੰਦਾ ਕਿ ਮੈਂ ਤੇਰੇ ਤੋਂ ਯਾਰ ਇੰਸ਼ੋਰੈਂਸ ਹੀ ਲੈ ਲਾਂ, ਜੇ ਤੈਨੂੰ ਕੁਛ ਹੋ ਜਾਏ ਤਾਂ ਮੈਨੂੰ ਵੀ ਕਲੇਮ ਮਿਲ ਜਾਏਗਾ। ਅਤੇ ਉਹ ਕੰਪਨੀ ਜਿਹੜੀ ਹੈਗੀ ਆ ਇੰਸ਼ੋਰੈਂਸ ਉਹ ਨਹੀਂ ਇਸ਼ੂ ਕਰੇਗੀ, ਕਿਉਂਕਿ ਉਹਦਾ ਕੋਈ ਇੰਸ਼ੋਰੇਬਲ ਇੰਟਰਸਟ ਨਹੀਂ ਹੈਗਾ, ਇਸ ਕਰਕੇ ਕੰਪਨੀ ਡਿਕਲਾਈਨ ਕਰੇਗੀ ਐਪਲੀਕੇਸ਼ਨ, ਸਬਮਿਟ ਹੀ ਨਹੀਂ ਹੋ ਸਕਦੀ। ਏਜੰਟ ਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਹੈਗਾ। ਅਤੇ ਜਿਹੜੀ ਆਪਾਂ ਅਮਾਊਂਟ ਲੈਣੇ ਹੈਗੇ ਆ ਉਹਨੂੰ ਜਸਟੀਫਾਈ ਕਰਨਾ ਬਹੁਤ ਜ਼ਰੂਰੀ ਹੈਗਾ। ਇਹ ਐਗਜ਼ਾਮਪਲ ਹੈਗੀ ਹੈ, ਤੁਸੀਂ ਪੜ੍ਹ ਲੈਣੀ, ਸਿੰਪਲ ਹੀ ਹੈਗਾ। ਅਤੇ ਇੰਸ਼ੋਰੈਂਸ ਐਪਲੀਕੇਸ਼ਨ ਹਿਸਟਰੀ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈਗੀ ਹੈ। ਪਹਿਲਾਂ ਉਹਦੀ ਕਦੀ ਕੋਈ ਪਾਲਿਸੀ ਡਿਕਲਾਈਨ ਤਾਂ ਨਹੀਂ ਹੋਈ, ਅਤੇ ਜਾਂ ਉਹਦੇ ਆਲਰੇਡੀ ਕੋਈ ਐਗਜ਼ਿਸਟਿੰਗ ਲਾਈਫ ਇੰਸ਼ੋਰੈਂਸ ਪਾਲਿਸੀ ਹੈਗੀ ਕਿ ਨਹੀਂ ਹੈ, ਉਹ ਵੀ ਸਾਰੀ ਆਪਾਂ ਇਨਫੋਰਮੇਸ਼ਨ ਲੈਣੇ ਹੈਗੇ ਆ। ਅਤੇ ਅਬਾਊਟ ਦਾ ਲਾਈਫ ਇੰਸ਼ੋਰਡ ਸਾਰੀ ਆਪਾਂ ਉਹਦੇ ਕੋਲ ਇਨਫੋਰਮੇਸ਼ਨ ਲੈਣੇ ਹੈਗੇ ਆ। ਉਹਦਾ ਕਰੰਟ ਨੇਮ ਜਾਂ ਪੁਰਾਣਾ ਨਾਮ ਵੀ ਆਪਾਂ ਪੁੱਛਦੇ ਹੈਗੇ ਆ, ਤਾਂ ਕਿ ਕੋਈ ਉਹਨੇ ਫਰਾਡ ਤਾਂ ਨਹੀਂ ਕੀਤਾ ਇੰਸ਼ੋਰੈਂਸ ਕੰਪਨੀਆਂ ਦੇ ਨਾਲ। ਪੁਰਾਣਾ ਰਿਕਾਰਡ, ਤਾਂ ਕਰਕੇ ਆਪਾਂ ਪੁਰਾਣਾ ਨੇਮ ਮੰਗਦੇ ਹੈਗੇ ਆ। ਅਤੇ ਡੇਟ ਆਫ ਬਰਥ, ਉਹਦਾ ਕਰੰਟ ਐਡਰੈਸ, ਸਿਰ ਨੰਬਰ ਵੀ ਚਾਹੀਦਾ ਹੈਗਾ,
ਕਈਆਂ ਪਾਲਿਸੀਆਂ ਚਾਹੀਦਾ, ਕਈਆਂ 'ਚ ਨਹੀਂ ਚਾਹੀਦਾ। ਜਿੱਥੇ ਵੀ ਕੋਈ ਸਰੈਂਡਰ ਵੈਲਿਊ ਹੁੰਦੀ ਹੈਗੀ ਉੱਥੇ ਸਾਨੂੰ ਸਿਨ ਨੰਬਰ ਚਾਹੀਦਾ ਹੁੰਦਾ, ਜਿੱਥੇ ਨਹੀਂ ਸਰੈਂਡਰ ਵੈਲਿਊ ਹੈਗੀ ਮੋਸਟਲੀ ਨਹੀਂ ਰਿਕੁਆਇਰਡ ਹੁੰਦਾ ਹੈਗਾ। ਕਰੰਟ ਉਹਦਾ ਕਿਸ ਕੰਟਰੀ ਦੇ ਵਿੱਚ ਬਰਥ ਹੋਇਆ ਸੀ, ਉਹਦੀ ਹੁਣ ਨੈਸ਼ਨੈਲਿਟੀ ਕਿੱਥੇ ਹੈਗਾ ਜਾਂ ਕਿੱਥੇ ਰਹਿੰਦਾ ਹੈਗਾ, ਅਤੇ ਉਹਦਾ ਅੰਪਲਾਇਰ ਕੌਣ ਆ, ਕੀ ਕੰਮ ਕਰਦਾ, ਕੋਈ ਬੈਂਕਰਪਸੀ ਤਾਂ ਨਹੀਂ ਉਹਨੇ ਸ਼ੋਅ ਕੀਤੀ ਹੈਗੀ। ਇਹ ਸਾਰੀ ਇਨਫੋਰਮੇਸ਼ਨ ਅਸੀਂ ਜਿਹੜੀ ਆ ਉਹ ਐਪਲੀਕੈਂਟ ਦੀ ਲੈਂਦੇ ਹੈਗੇ ਆ। ਫਿਰ ਆਪਾਂ ਬਾਕੀ ਜਿਹੜੀ ਹੈਗੀ ਹੈ ਉਹ ਵੀ ਲੈਂਦੇ ਹੈਗੇ ਆ ਵੀ ਕਦੀ ਉਹਨੇ ਕਿ ਹਿਜ਼ ਐਵੋਕੇਸ਼ਨਸ ਵਿਚ ਆਰ ਐਕਟੀਵਿਟੀ ਦੈਟ ਇੰਗੇਜ ਇਨ ਆਊਟਸਾਈਡ ਹਿਜ਼ ਇੰਪਲੋਇਮੈਂਟ ਸੱਚ ਐਜ ਪਾਰਟਸ ਐਕਸਟ੍ਰੀਮ ਸਪੋਰਟਸ ਵਗੈਰਾ ਜਾਂ ਐਡਵੈਂਚਰਸ ਟਰੈਵਲ ਜਾਂ ਡੇਂਜਰਸ ਹੌਬੀਜ਼ ਤੇ ਵਗੈਰਾ ਤਾਂ ਨਹੀਂ ਹੈਗੀਆਂ ਉਹਦੀਆਂ। ਵੀ ਪੂਰਾ ਆਪਾਂ ਅਸੈਸ ਕਰਨਾ ਹੈਗਾ ਉਹਦੇ ਰਿਸਕ ਨੂੰ, ਅਤੇ ਸਾਨੂੰ ਸਾਰੀਆਂ ਚੀਜ਼ਾਂ ਚਾਹੀਦੀਆਂ ਵੀ ਅਲਕੋਹਲ ਪੀਂਦਾ ਕਿ ਨਹੀਂ ਪੀਂਦਾ ਹੈਗਾ, ਜਾਂ ਉਹ ਕੋਈ ਡਰੱਗਸ ਵਗੈਰਾ ਤਾਂ ਨਹੀਂ ਲੈਂਦਾ ਹੈਗਾ, ਕੋਈ ਡਰਾਈਵਿੰਗ ਹਿਸਟਰੀ ਉਹਦੀ ਇੱਦਾਂ ਤਾਂ ਨਹੀਂ ਹੈਗੀ ਕਿ ਉਹਨੇ ਕੋਈ ਡੇਂਜਰਸ ਡਰਾਈਵਿੰਗ ਕੀਤੀ ਹੋਵੇ ਜਾਂ ਸ਼ਰਾਬ ਪੀ ਕੇ ਡਰਾਈਵਿੰਗ ਕੀਤੀ ਹੋਵੇ, ਸਪੀਡਿੰਗ, ਇਲੀਗਲ ਲੇਨ ਚੇਂਜਸ ਕੀਤੀਆਂ ਹੋਣ, ਕੇਅਰਲੈਸ ਡੇਂਜਰਸ ਡਰਾਈਵਿੰਗ, ਇਹ ਸਾਰੀਆਂ ਜਿਹੜੀਆਂ ਇਹ ਜਾਂ ਕ੍ਰਿਮੀਨਲ ਉਹਦੀ ਹਿਸਟਰੀ, ਕਿਉਂਕਿ ਜੇ ਬੰਦਾ ਕ੍ਰਿਮੀਨਲ ਐਕਟੀਵਿਟੀਜ਼ ਹੈਗਾ ਦੈਟ ਮੀਨਸ ਕੋਈ ਰਿਸਕ ਜ਼ਿਆਦਾ ਹੈਗਾ ਉਹਦੀ ਡੈਥ ਹੋਣ ਦੇ, ਅਤੇ ਇਸ ਕਰਕੇ ਕੰਪਨੀ ਉਹਨੂੰ ਨਹੀਂ ਦੇਗੀ ਇੰਸ਼ੋਰੈਂਸ, ਜੇ ਦੇਗੀ ਤੇ ਫਿਰ ਰੇਟ ਵਧਾ ਕੇ ਦੇਗੀ। ਤਾਂ ਇਸ ਕਰਕੇ ਆਪਾਂ ਸਮਝ ਰਹੇ ਹੈਗੇ ਆ ਨਾ ਗੱਲ ਦੀ ਕਿ ਕਿਉਂ ਇਹ ਸਾਰੀਆਂ ਚੀਜ਼ਾਂ ਮੰਗ ਰਹੇ ਹੈਗੇ ਨੇ, ਕਿ ਉਹਦੇ ਨਾਲ ਹੀ ਪਤਾ ਲੱਗਦਾ ਹੈਗਾ ਕਿ ਬੰਦੇ ਦੀ ਰਿਸਕ ਕਿੰਨਾ ਕੁ ਹੈਗਾ। ਤੋ ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਹੈਗੀ ਹੈ। ਮੈਡੀਕਲ ਇਨਫੋਰਮੇਸ਼ਨ, ਹਾਈਟ, ਵੇਟ, ਨੇਮ ਆਫ ਫਿਜ਼ੀਸ਼ੀਅਨ, ਤਾਂ ਕਿ ਜੇ ਕੋਈ ਇਨਫੋਰਮੇਸ਼ਨ ਲੈਣੀ ਹੈ ਤੇ ਉਹ ਤੁਸੀਂ ਉਹਦੇ ਡਾਕਟਰ ਕੋਲ ਲੈ ਸਕਦੇ ਹੈਗੇ ਹੋ, ਇੰਸ਼ੋਰੈਂਸ ਕੰਪਨੀ ਲੈ ਸਕਦੀ ਹੈਗੀ ਆ। ਲਾਸਟ ਕਦੋਂ ਵਿਜ਼ਿਟ ਕੀਤਾ, ਕਿਉਂ ਕੀਤਾ ਵਿਜ਼ਿਟ, ਕੋਈ ਉਹਦਾ ਦਵਾਈ ਉਹਨੂੰ ਦਿੱਤੀ, ਜਾਂ ਉਹ ਜੇ ਉਹਨੂੰ ਕੋਈ ਇਸ਼ੂ ਸੀ ਉਹਦਾ ਆਊਟਕਮ ਕੀ ਰਿਹਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇੰਸ਼ੋਰੈਂਸ ਐਪਲੀਕੇਸ਼ਨ ਦੇ ਵਿੱਚ ਪੁੱਛੀਆਂ ਜਾਂਦੀਆਂ ਹੈਗੀਆਂ। ਤੇ ਉਹਨੇ ਕਦੀ ਕੋਈ ਟਰੀਟਮੈਂਟ ਤਾਂ ਨਹੀਂ ਕੀਤੀ, ਕੋਈ ਸਾਰਾ ਮਤਲਬ ਉਹਦੀ ਆਪਾਂ ਹਿਸਟਰੀ ਪੁੱਛਦੇ ਹੈਗੇ ਆ। ਜੇ ਤੁਸੀਂ ਪੜ੍ਹ ਲੈਣਾ ਤਾਂ ਕਿ ਮੈਂ ਬਹੁਤੀ ਲੰਬੀ ਵੀਡੀਓ ਜਿਹੜੀ ਨਾ ਕਰਾਂ। ਤੇ ਬਹੁਤੇ ਕੁਐਸਚਨ ਜਿਹੜੇ ਹੈਗੇ ਨੇ ਉਹ ਯੈਸ ਨੋ ਵਾਲੇ ਹੀ ਹੁੰਦੇ ਨੇ, ਤੇ ਇਹ ਵੀ ਇੱਕ ਐਗਜ਼ਾਮਪਲ ਹੈਗੀ ਆ, ਸਿੰਪਲ ਹੈ, ਪੜ੍ਹ ਲੈਣਾ। ਤੇ ਇਨਕੰਪਲੀਟ ਜਿਹੜੀ ਐਪਲੀਕੇਸ਼ਨ ਨਹੀਂ ਹੋਣੀ ਚਾਹੀਦੀ ਹੈਗੀ। ਦੋ ਚੀਜ਼ਾਂ ਹੁੰਦੀਆਂ ਇਨਕੰਪਲੀਟ ਦਾ, ਕਈ ਵਾਰੀ ਆਪਾਂ ਮਿਸ ਕਰਕੇ, ਪਰ ਮਿਸਟੇਕ ਉਹਨੂੰ ਆਪਾਂ ਕਹਿੰਦੇ, ਕਈ ਵਾਰੀ ਹੁੰਦਾ ਕਿ ਆਪਾਂ ਫਰਾਡੂਲੈਂਟਲੀ ਜਿਹੜਾ ਹੈਗਾ ਕਿ ਮਿਸ ਰਿਪ੍ਰਜ਼ੈਂਟੇਸ਼ਨ ਕਰਦੇ ਹੈਗੇ ਆ, ਵੀ ਜਾਣ ਕੇ ਗਲਤ ਜਾਣਕਾਰੀ ਦਿੰਦੇ ਹੈਗੇ ਆ ਤਾਂ ਜੋ ਮੇਰੀ ਐਪਲੀਕੇਸ਼ਨ ਜਿਹੜੀ ਅਪਰੂਵ ਹੋ ਜਾਏ, ਪਰ ਉਹਦਾ ਕੋਈ ਫਾਇਦਾ ਨਹੀਂ ਜੇ ਬਾਅਦ 'ਚ ਫੜਿਆ ਜਾਵੇ ਤਾਂ ਉਹਦਾ ਕਲੇਮ ਨਹੀਂ ਮਿਲਦਾ ਹੈਗਾ। ਜਾਂ ਇਨਕੰਪਲੀਟ ਇਨਫੋਰਮੇਸ਼ਨ ਆਪਾਂ ਜਿਹੜੀ ਹੈਗੀ ਆ ਦਿੰਦੇ ਹਾਂ, ਅਤੇ ਉਹਦੇ ਨਾਲ ਕੀ ਹੁੰਦਾ, ਡਿਲੇ ਹੀ ਹੁੰਦਾ ਹੈਗਾ ਪ੍ਰੋਸੈਸ ਐਪਲੀਕੇਸ਼ਨ ਦਾ। ਉਹ ਇਹਦੇ 'ਚ ਨਾ ਸਮਝਾਇਆ ਕਿਸ ਤਰ੍ਹਾਂ ਵੀ ਜਿਵੇਂ ਮੰਨ ਲਓ ਕਿ ਗਲਤੀ ਇੱਦਾਂ ਦੀ 1954 ਲਿਖਣਾ ਸੀ, 1945 ਲਿਖਤਾ, ਵੀ 5 ਉੱਧਰ 4 ਉੱਧਰ ਪਾਤਾ, ਵੀ ਇਹ ਮਿਸਟੇਕ ਮਤਲਬ ਇਹ ਮਟੀਰੀਅਲ ਜਿਹੜੀ ਹੈਗੀ, ਮਟੀਰੀਅਲ ਦਾ ਮਤਲਬ ਕਿ ਫਰਕ ਪੈਂਦਾ ਹੈਗਾ। ਜੇ ਹੁਣ ਮੰਨ ਲਓ ਵੀ 54 ਦੀ ਜਗ੍ਹਾ 'ਤੇ ਆਪਾਂ 45 ਲਿਖ ਦਈਏ ਤਾਂ ਬਹੁਤ ਫਰਕ ਪੈਂਦਾ ਹੈਗਾ, ਅਤੇ ਉਹਦਾ ਰੇਟ ਦਾ ਬਹੁਤ ਫਰਕ ਪੈਣਾ ਹੈਗਾ। ਅਤੇ ਇਸ ਕਰਕੇ ਇਹ ਮਤਲਬ ਪਾਲਿਸੀ ਜਿਹੜੀ ਹੈ ਉਹ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿ ਕਿਉਂ ਬਹੁਤ ਜ਼ਿਆਦਾ ਫਰਕ ਹੈਗਾ। ਤਾਂ ਇਸ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ। ਅਤੇ ਇਹ ਮਤਲਬ ਮਟੀਰੀਅਲ ਮਿਸਟੇਕ ਹੈਗੀ। ਮਟੀਰੀਅਲ ਦਾ ਮਤਲਬ ਕਿ ਹੋ ਸਕਦਾ ਪਾਲਿਸੀ ਨਾਲ ਇਸ਼ੂ ਹੋਵੇ ਬੰਦੇ ਦੀ, ਜੋ ਆਪਾਂ 54 ਦੀ ਜਗ੍ਹਾ 'ਤੇ 45 ਲਿਖਦੀ ਹਨ, ਜਾਂ ਆਪਾਂ 45 ਦੀ ਜਾਂ 54 ਲਿਖਦੀ ਹੈ, ਤਾਂ ਵੀ ਇਹ ਬਹੁਤ ਵੱਡੀ ਮਿਸਟੇਕ ਹੈਗੀ ਹੈ। ਵੀ ਜੇ ਆਪਾਂ ਘੱਟ ਉਮਰ ਹੈਗੀ ਤਾਂ ਫਿਰ ਵੀ ਜ਼ਿਆਦਾ ਲਿਖਦੀ ਹੈ। ਫਰਾਡੂਲੈਂਟ ਦਾ ਮਤਲਬ ਜਦੋਂ ਆਪਾਂ ਜਾਣ ਬੁੱਝ ਕੇ ਜਿਹੜਾ ਹੈਗਾ ਕਿ ਕੋਈ ਆਪਣੀ ਟਰੈਵਲ ਹਿਸਟਰੀ ਵਗੈਰਾ ਛੁਪਾਉਂਦੇ ਹੈਗੇ ਆ। ਟਰੈਵਲ ਹਿਸਟਰੀ ਨਾਲ ਰਿਲੇਟਡ ਐਗਜ਼ਾਮਪਲ ਆ, ਬੜੀ ਸਿੰਪਲ ਹੈਗੀ ਆ। ਯੂ ਵਿਲ ਅੰਡਰਸਟੈਂਡ ਕਿ ਇਹਦੇ ਵਿੱਚ ਕੀ ਕਿਹਾ ਗਿਆ ਹੈਗਾ ਅਤੇ ਉਹਦਾ ਕੀ ਫਰਕ ਪੈਂਦਾ ਹੈਗਾ। ਇਨਕੰਪਲੀਟ ਇਨਫੋਰਮੇਸ਼ਨ, ਕਈ ਵਾਰੀ ਆਪਾਂ ਕੋਈ ਸਮਟਾਈਮਸ ਦਾ ਐਪਲੀਕੈਂਟ ਫੇਲਸ ਟੂ ਕੰਪਲੀਟ ਆਲ ਦਾ ਕੁਐਸਚਨ, ਅਤੇ ਕਈ ਵਾਰੀ ਓਵਰਸਾਈਟ ਹੋ ਜਾਂਦਾ ਜਾਂ ਕੁਛ ਰਹਿ ਜਾਂਦਾ, ਅਤੇ ਇਹਦੇ ਨਾਲ ਕੀ ਹੁੰਦਾ ਕਿ ਐਪਲੀਕੇਸ਼ਨ ਪ੍ਰੋਸੈਸ ਜਿਹੜਾ ਹੈਗਾ ਉਹ ਡਿਲੇ ਹੋ ਜਾਂਦਾ ਹੈਗਾ, ਅਤੇ ਉਹਦੇ ਨਾਲ ਕੁਛ ਚਿਰ ਵਾਸਤੇ ਜਿਹੜਾ ਪਾਲਿਸੀ ਹੋਲਡਰ ਅਨਪ੍ਰੋਟੈਕਟਿਡ ਵੀ ਰਹਿ ਸਕਦਾ ਹੈਗਾ। ਅਤੇ ਇਸ ਕਰਕੇ ਇਸ ਗੱਲ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈਗਾ ਕਿ ਕੋਈ ਇਨਕੰਪਲੀਟ ਇਨਫੋਰਮੇਸ਼ਨ ਨਾ ਹੋਵੇ।
ਏਜੰਟ ਜਿਹੜਾ ਹੈਗਾ ਕਿ ਉਹ ਵੀ ਆਪਣੇ ਕਮੈਂਟ ਕਰਦਾ ਐਪਲੀਕੇਸ਼ਨ ਦੇ ਵਿੱਚ, ਇੱਕ ਪੋਰਸ਼ਨ, ਇੱਕ ਉਹਦਾ ਕਾਲਮ ਬਣਿਆ ਹੁੰਦਾ ਜਿੱਥੇ ਉਹਨੇ ਕੋਈ ਐਡੀਸ਼ਨਲ ਕੋਈ ਵੀ ਉਹਦੇ ਕੋਲ ਹੈਗਾ ਇਨਫੋਰਮੇਸ਼ਨ ਐਪਲੀਕੇਸ਼ਨ ਦੇ ਰਿਲੇਟਡ, ਤੇ ਉਹਦੇ ਵਿੱਚ ਕਰ ਸਕਦਾ ਹੈਗਾ ਵੀ ਉਹ ਮੈਂਸ਼ਨ ਕਰ ਸਕਦਾ ਆਪਣਾ ਓਪੀਨੀਅਨ ਜਾਂ ਟਰੁੱਥ ਜਾਂ ਐਕੂਰੇਸੀ। ਜਿਵੇਂ ਮੰਨ ਲਓ ਕਿ ਜੇ ਤੁਸੀਂ ਕਿ ਪਾਲਿਸੀ ਹੋਲਡਰ ਨੂੰ ਆਪ ਜਾਣਦੇ ਹੋ, ਆਪਣੇ ਕਲਾਇੰਟ ਨੂੰ, ਤੁਸੀਂ ਉੱਥੇ ਲਿਖ ਸਕਦੇ ਹੈਗੇ ਹੋ ਕਿ ਮੈਂ ਇਹਨੂੰ 15 ਸਾਲਾਂ ਤੋਂ ਜਾਣਦਾ ਹੈਗਾ ਤੇ ਐਕਟਿਵ ਹੈ, ਜਿਮ ਜਾਂਦਾ ਹੈ, ਇਹ ਉਹ ਮਤਲਬ ਚੰਗੀਆਂ ਗੱਲਾਂ ਵੀ ਲਿਖ ਸਕਦੇ ਹੋ। ਜੇ ਤੁਹਾਨੂੰ ਕਿਸੇ ਮਾੜੀ ਚੀਜ਼ ਦਾ ਵੀ ਪਤਾ ਜਾਂ ਤੁਹਾਨੂੰ ਕੋਈ ਡਾਊਟ ਹੁੰਦਾ ਹੈਗਾ ਤੇ ਤਾਂ ਵੀ ਤੁਸੀਂ ਉਹਦਾ ਮੈਂਸ਼ਨ ਕਰ ਸਕਦੇ ਹੈਗੇ ਹੋ। ਟੈਂਪਰੇਰੀ ਇੰਸ਼ੋਰੈਂਸ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਿਵੇਂ ਆਪਾਂ ਕਿਹਾ ਕਿ ਉਹਨੂੰ ਐਪਲੀਕੇਸ਼ਨ ਨੂੰ ਅਪਰੂਵ ਹੋਣ ਨੂੰ ਥੋੜ੍ਹਾ ਟਾਈਮ ਲੱਗਣਾ, ਤੇ ਉਹਦੇ ਚਿਰ ਇੱਕ ਇਹ ਹੁੰਦਾ ਕਿ ਜੇ ਬੰਦਾ ਸਿਹਤਮੰਦ ਹੈਗਾ, ਠੀਕ ਠਾਕ ਹੈਗਾ, ਉਹਦੀ ਕਦੀ ਪਾਲਿਸੀ ਡਿਕਲਾਈਨ ਨਹੀਂ ਹੋਈ, ਤਾਂ ਤੁਸੀਂ ਉਹਨੂੰ ਇੱਕ TIA ਦੇ ਸਕਦੇ ਹੈਗੇ, ਟੈਂਪਰੇਰੀ ਜਿਹੜੀ ਇੰਸ਼ੋਰੈਂਸ ਉਹਨੂੰ ਇਸ਼ੂ ਕਰ ਸਕਦੇ ਹੈਗੇ ਹੋ। ਤੇ ਮੋਸਟਲੀ ਜਿਹੜਾ ਹੈਗਾ $500,000 ਤੱਕ ਹੁੰਦੀ ਹੈ, ਮੋਸਟਲੀ 60 ਡੇਜ਼ ਤੱਕ ਜਿਹੜੀ ਹੁੰਦੀ ਹੈ। ਤੇ ਤਾਂ ਕਿ ਉਹਨੇ ਚਿਰ ਜਿਹੜਾ, ਕਿਉਂਕਿ ਹੁਣ ਐਪਲੀਕੈਂਟ ਨੇ ਕੀ ਕੀਤਾ, ਆਪਣੀ ਐਪਲੀਕੈਂਟ ਦੇਤੀ, ਸਾਰੀ ਇਨਫੋਰਮੇਸ਼ਨ ਦੇ ਦਿੱਤੀ, ਹੁਣ ਕੰਪਨੀ ਟਾਈਮ ਲਾ ਰਹੀ ਹੈ, ਪਰ ਜੇ ਉਸ ਟਾਈਮ ਦੇ ਦੌਰਾਨ ਅਗਰ ਬੰਦੇ ਨੂੰ ਕੁਝ ਹੋ ਜਾਂਦਾ ਤਾਂ ਫਿਰ ਇਹ ਟੈਂਪਰੇਰੀ ਇੰਸ਼ੋਰੈਂਸ ਕੰਮ ਆਉਂਦੀ ਹੈਗੀ ਹੈ। ਤਾਂ ਇਸ ਕਰਕੇ ਇਹ ਇਸ਼ੂ ਕਰਨੀ ਵੀ ਜ਼ਰੂਰੀ ਹੈਗੀ ਹੈ। ਤੇ ਇਹਦੀ ਜਿਹੜੀ ਆ TI ਜਦੋਂ ਆਪਾਂ ਕਰਦੇ, ਉਹਦੇ ਜਿਹੜੇ ਕੁਐਸਚਨ ਹੁੰਦੇ ਨੇ 4-5, ਤੇ ਉਹਨਾਂ ਦੇ ਆਨਸਰ ਨੋ ਹੋਣੇ ਚਾਹੀਦੇ ਨੇ, ਤੇ ਤਾਂ ਹੀ ਤੁਸੀਂ ਉਹਨੂੰ ਜਿਹੜਾ ਕਰ ਸਕਦੇ ਹੋ। 60 ਦਿਨਾਂ ਵਾਸਤੇ ਇਹ ਇਸ਼ੂ ਹੁੰਦੀ ਹੈਗੀ ਆ ਵੀ ਉਹਦੇ 'ਚ ਪੁੱਛਦੇ ਆ ਕੋਈ ਪੈਂਡਿੰਗ ਤਾਂ ਨਹੀਂ, ਕੋਈ ਟੈਸਟ ਤਾਂ ਨਹੀਂ ਕੋਈ ਪੈਂਡਿੰਗ ਹੈਗਾ, ਡਾਇਗਨੋਸਟਿਕ ਟੈਸਟ ਹੋਇਆ ਜਾਂ ਕੁਛ ਹੋਰ, ਤੇ ਜਾਂ ਜੋ ਵੀ ਮਤਲਬ ਉੱਥੇ ਇਨਫੋਰਮੇਸ਼ਨ ਮੰਗੀ ਜਾਂਦੀ ਹੈ ਉਹਦੇ ਬਾਰੇ ਤੁਸੀਂ ਜੇ ਅਗਰ ਨੋ ਕੁਐਸਚਨ ਹੈਗਾ ਤੇ ਫਿਰ ਤੁਸੀਂ ਉਹਨੂੰ ਇਸ਼ੂ ਕਰ ਸਕਦੇ ਹੈਗੇ ਹੋ। ਤੇ ਜਿਹੜੀ ਇਹ ਹੈਗੀ ਆ ਆਪਾਂ ਇਸ਼ੂ ਕਰਦੇ ਹਾਂ ਟੈਂਪਰੇਰੀ ਇੰਸ਼ੋਰੈਂਸ, ਇਹ ਵੀ ਬਿਟਵੀਨ ਏਜ 15 ਦਿਨਾਂ ਦਾ ਤੇ ਜੇ ਮੈਕਸੀਮਮ 70 ਸਾਲਾਂ ਤੱਕ ਦੇ ਕਰ ਸਕਦੇ ਹੈਗੇ ਹੋ। ਤੁਹਾਨੂੰ ਇਹੀ ਪਾਵਰ ਹੁੰਦੀ ਹੈ। ਮੋਸਟਲੀ ਜਿਹੜਾ ਹੈਗਾ 2.5 ਲੱਖ ਜਾਂ 5 ਲੱਖ ਹੁੰਦੀ ਹੈਗੀ, ਜਿਵੇਂ ਤੁਹਾਨੂੰ ਦੱਸਿਆ ਹੈਗਾ। ਤੇ ਕਈ ਵਾਰੀ ਜੇ ਮੰਨ ਲਓ ਲੱਖ ਦੀ ਕਵਰੇਜ ਲਈ ਹੈਗੀ ਆ ਤੇ ਲੈਸਰ ਆਫ ਹੁੰਦਾ, ਜੇ ਮੈਂ ਲੱਖ ਦੀ ਕੀਤੀ ਉਹ ਲੱਖ ਹੀ ਮਿਲਣੀ ਹੈ, ਨਹੀਂ ਕਿ 2.5 ਲੱਖ ਮਿਲ ਜਾਣਾ ਹੈਗਾ। ਕਵਰੇਜ ਡਿਊਰੇਸ਼ਨ ਇਹ ਤਾਂ ਸਿੰਪਲ ਹੀ ਹੈਗਾ, ਕਿੰਨੇ ਦੇਰ ਤੱਕ ਜਿਹੜੀ ਹੈਗੀ ਉਹ ਕਵਰੇਜ ਰਹੇਗੀ। ਤੇ ਅੱਛਾ, ਇਹ TI ਦੀ ਗੱਲ ਕਰ ਰਿਹਾ, ਕਵਰੇਜ ਇਹਦੀ ਤਕਰੀਬਨ ਜਿਹੜਾ ਹੈਗਾ 60 ਦਿਨਾਂ ਦੀ ਹੁੰਦੀ ਆਮ ਤੌਰ 'ਤੇ, ਪਰ ਕਈ ਵਾਰੀ 90 ਦਿਨ ਦੀ ਵੀ ਹੋ ਸਕਦੀ ਹੈ। ਤੁਹਾਡੀ ਰਿਕੁਐਸਟ ਜਿਹੜੀ ਹੈਗੀ ਉਹ ਵੱਧ ਵੀ ਸਕਦੀ ਹੈਗੀ ਆ ਥੋੜ੍ਹੀ ਬਹੁਤੀ, ਪਰ ਮੋਸਟਲੀ ਜਿਹੜਾ ਹੈਗਾ ਆਪਾਂ ਇਹ ਰੱਖਣਾ ਕਿ 60 ਔਰ 90 ਦਿਨਾਂ ਵਾਸਤੇ ਵੈਲਿਡ ਹੁੰਦੀ ਹੈਗੀ ਹੈ। ਤੇ ਜਦੋਂ ਏਜੰਟ ਨੇ TI ਇਸ਼ੂ ਕਰਨੀ ਹੈਗੀ ਹੈ ਤੇ ਏਜੰਟ ਦੇ ਕੁਝ ਰਿਸਪੋਂਸੀਬਿਲਿਟੀ ਹੈਗੀ ਆ, ਤੇ ਉਹਨੂੰ ਤਾਂ ਕਰਨਾ ਚਾਹੀਦਾ ਹੈਗਾ ਕਿ ਹੀ ਹੈਜ਼ ਨੋ ਕੰਸਰਨਸ ਅਬਾਊਟ, ਜੇ ਉਹਨੂੰ ਲੱਗਦਾ ਕਿ ਬਿਲਕੁਲ ਠੀਕ ਠਾਕ ਹੈਗਾ ਤੇ ਫਿਰ ਹੀ ਜਿਹੜਾ ਹੈਗਾ ਕਿ ਉਹ ਪਾਲਿਸੀ ਇਸ਼ੂ ਕਰ। ਜੇ ਬੰਦੇ ਨੂੰ ਆਪ ਨੂੰ ਹੀ ਜਾਂ ਪਤਾ ਹੈਗਾ ਇਨਫੋਰਮੇਸ਼ਨ ਦਾ, ਜਾਂ ਕੋਈ ਸ਼ੱਕ ਪੈਂਦਾ, ਜਾਂ ਉਹਨੂੰ ਲੱਗਦਾ ਹੈ ਕਿ ਬੰਦਾ ਬੈੱਡ ਤੇ ਹੈਗਾ ਜਾਂ ਠੀਕ ਨਹੀਂ ਤੁਰ ਰਿਹਾ ਜਾਂ ਸਿਹਤ ਠੀਕ ਨਹੀਂ ਲੱਗ ਰਹੀ, ਫਿਰ ਜਿਹੜਾ ਏਜੰਟ ਨੂੰ ਵੀ ਇਹ ਇਸ਼ੂ ਨਹੀਂ ਕਰਨੀ ਚਾਹੀਦੀ ਹੈਗੀ। ਤਾਂ ਐਪਲੀਕੈਂਟ ਸਬਮਿਟਡ ਦਾ ਫਸਟ ਪ੍ਰੀਮੀਅਮ ਵਿਦ ਦ ਐਪਲੀਕੇਸ਼ਨ, ਵੀ ਐਪਲੀਕੇਸ਼ਨ ਦੇ ਨਾਲ ਪ੍ਰੀਮੀਅਮ ਜ਼ਰੂਰ ਹੋਣਾ ਚਾਹੀਦਾ, ਤਾਂ ਹੀ ਤੁਸੀਂ ਜਿਹੜਾ ਹੈਗਾ ਇਸ਼ੂ ਕਰ ਸਕਦੇ ਹੈਗੇ। ਫਿਰ ਅੰਡਰ ਰਾਈਟਿੰਗ ਕੰਪਨੀ ਦੀ, ਜੇ ਮੈਂ ਪਹਿਲਾਂ ਗੱਲ ਕੀਤਾ ਵੀ ਅੰਡਰ ਰਾਈਟਿੰਗ ਹੁੰਦੀ ਹੈ ਤਾਂ ਉਹਦੇ ਬਕਾਇਦਾ ਗਾਈਡਲਾਈਨਸ ਹੁੰਦੀਆਂ ਹੈਗੀਆਂ ਵੀ ਕਿਹੜੀ ਚੀਜ਼ ਤੁਸੀਂ ਵੇਖਣੀ ਹੈਗੀ ਅੰਡਰ ਰਾਈਟਿੰਗ ਦੇ ਵਿੱਚ। ਉਹ ਸਾਰਾ ਉਹਦੇ ਕੋਲ ਅੰਡਰ ਰਾਈਟਰ ਦੇ ਕੋਲ ਇੱਕ ਮਤਲਬ ਫਾਰਮ ਜਿਹੜਾ ਹੈਗਾ ਵੀ ਇੱਕ ਫਾਰਮ ਪਰਫਾਰਮਾ ਬਣਿਆ ਹੁੰਦਾ ਜਾਂ ਪੂਰਾ ਉਹਦਾ ਇੱਕ ਡਾਟਾ ਹੁੰਦਾ ਕਿ ਕਿਸ ਤਰ੍ਹਾਂ ਉਹਨੇ ਰਿਸਕ ਨੂੰ ਇਵੈਲੂਏਟ ਕਰਨਾ ਹੈਗਾ। ਤੇ ਐਕਚੁਅਲੀ ਜਿਹੜੇ ਉਹ ਇਹ ਚਾਰਟ ਤਿਆਰ ਕਰਦੇ ਨੇ ਉਹਨੂੰ ਐਕਚੁਰੀਜ਼ ਕਹਿੰਦੇ ਹੈਗੇ ਨੇ, ਤੇ ਜਿਹੜੇ ਇਹ ਸਾਰਾ ਡਾਟਾ ਤਿਆਰ ਕਰਦੇ ਉਹ ਐਕਚੁਰੀਜ਼ ਹੁੰਦੇ ਨੇ, ਪਰ ਉਹਨੂੰ ਐਨਾਲਾਈਜ਼ ਕਰਕੇ ਉਹਦੇ ਨਾਲ ਇਹਨੂੰ ਕੰਪੇਅਰ ਕਰਕੇ ਉਹਦੇ ਨਾਲ ਮੈਚ ਕਰਕੇ ਇਹ ਅੰਡਰਰਾਈਟਰ ਦਾ ਕੰਮ ਹੈਗਾ ਕਿ ਉਹਨੂੰ ਰਿਸਕ ਨੂੰ ਅਸੈਸ ਕਰਦਾ ਹੈਗਾ, ਫਿਰ ਹੀ ਉਹ ਡਿਸੀਜਨ ਆਪਣਾ ਦਿੰਦਾ ਹੈਗਾ ਕਿ ਇਹਦਾ ਮੈਂ ਪਾਲਿਸੀ ਨੂੰ ਇਸ਼ੂ ਕਰਨੀ ਹੈ ਜਾਂ ਨਹੀਂ ਕਰਨੀ ਹੈਗੀ। ਤੇ ਉਹ ਸਾਰੀਆਂ ਚੀਜ਼ਾਂ ਕੰਸੀਡਰ ਕੀਤੀਆਂ ਜਾਂਦੀਆਂ। APS ਆਉਂਦੇ ਆ ਅਟੈਂਡਿੰਗ ਫਿਜ਼ੀਸ਼ੀਅਨਸ ਸਟੇਟਮੈਂਟ, ਵੀ ਜੇ ਹੁਣ ਐਡੀਸ਼ਨਲ ਕੋਈ ਮੈਡੀਕਲ ਕੋਈ ਉਹਨੂੰ ਲੱਗਦਾ ਹੈਗਾ
ਅੰਡਰਰਾਈਟਰ ਨੂੰ ਲੱਗਦਾ ਹੈਗਾ ਕਿ ਕੋਈ ਐਡੀਸ਼ਨਲ ਮੈਨੂੰ ਮੈਡੀਕਲ ਹਿਸਟਰੀ ਚਾਹੀਦੀ ਹੈਗੀ, ਤੇ ਉਹ ਏਪੀਐਸ ਹੁੰਦੀ ਹੈ, ਉਹ ਡਾਕਟਰ ਜਿਹੜਾ ਵੀ ਉਹਦਾ ਮਤਲਬ ਫੈਮਿਲੀ ਡਾਕਟਰ ਹੁੰਦਾ ਹੈਗਾ ਤੇ ਅਟੈਂਡਿੰਗ ਫਿਜ਼ੀਸ਼ੀਅਨ, ਤੇ ਉਹਦੇ ਕੋਲੋਂ ਏਪੀਐਸ ਮੰਗਾ ਲੈਂਦਾ, ਡਿਟੇਲ ਸਾਰੀ ਮੰਗਾ ਲੈਂਦਾ ਹੈਗਾ। ਤੇ ਉਹਦੇ ਚ ਅੰਦਰ ਸਮਰੀ ਆਫ ਲਾਈਫ ਇੰਸ਼ੋਰੈਂਸ ਮੈਡੀਕਲ ਹਿਸਟਰੀ ਹੁੰਦੀ ਹੈਗੀ, ਕਰੰਟ ਹੈਲਥ ਮੈਡੀਕਲ ਕੌਣ ਕੀ ਲੈ ਰਿਹਾ ਹੈਗਾ, ਉਹ ਸਾਰਾ ਕੁਛ ਜਿਹੜਾ ਹੈਗਾ ਉਹ ਏਪੀਐਸ ਦੇ ਵਿੱਚ ਮੈਂਸ਼ਨ ਹੁੰਦਾ ਹੈਗਾ। ਤੇ ਮੈਡੀਕਲ ਐਗਜ਼ਾਮ ਮੋਸਟਲੀ ਆਰਡਰ ਕੀਤੇ ਜਾਂਦੇ ਨੇ, ਕੁਛ ਕੁ ਜਿਹੜੀਆਂ ਬੇਸਿਕ ਅਮਾਊਂਟਸ ਹੁੰਦੀਆਂ ਹੈਗੀਆਂ, ਜਾਂ ਜਿਹੜੇ ਯੰਗ ਏਜ ਵਾਲੇ ਹੁੰਦੇ ਨੇ ਉਹਨਾਂ ਉਹ ਕੇਸਾਂ ਦੇ ਵਿੱਚ ਤੁਹਾਡੀ ਮੈਡੀਕਲ ਨਹੀਂ ਹੁੰਦਾ, ਪਰ ਕਈ ਵਾਰੀ ਜਿਹੜਾ ਹੈਗਾ ਕਿ ਮੈਡੀਕਲ ਆਰਡਰ ਕੀਤਾ ਜਾਂਦਾ ਹੈਗਾ। ਅਗਰ ਤੁਹਾਡੀ ਅਮਾਊਂਟ ਜ਼ਿਆਦਾ ਹੈਗੀ ਆ ਜਾਂ ਤੁਹਾਡੀ ਏਜ ਜ਼ਿਆਦਾ ਹੈਗੀ ਆ, ਤਾਂ ਫਿਰ ਮੈਡੀਕਲ ਐਗਜ਼ਾਮ ਆਰਡਰ ਕੀਤਾ ਜਾਂਦਾ। ਉਹਦੇ 'ਚ ਕਈ ਤਰ੍ਹਾਂ ਦੇ ਜਿਹੜੇ ਹੈਗੇ ਨੇ ਟੈਸਟ ਹੁੰਦੇ ਨੇ, ਬਲੱਡ ਵੀ, ਯੂਰਨ ਵੀ, ਸਲਾਈਵਾ ਟੈਸਟ ਵੀ ਹੋ ਸਕਦਾ, ਈਸੀਜੀ ਵੀ ਹੋ ਸਕਦਾ। ਜੇ ਬਹੁਤ ਵੱਡੀ ਅਮਾਊਂਟ ਹੈਗੀ ਹੈ ਰਿਸਕ ਦੇ ਉੱਤੇ, ਤੇ ਉਹ ਈਸੀਜੀ ਵੀ ਕਰਾ ਸਕਦੇ ਨੇ, ਜਾਂ ਮਤਲਬ ਟ੍ਰੈਡਮਿਲ ਟੈਸਟ ਵੀ ਜਿਹੜਾ ਹੈਗਾ ਕਰਵਾਇਆ ਜਾ ਸਕਦਾ ਹੈਗਾ। MIB ਕੋਡਸ ਹੁੰਦੇ ਨੇ, ਮੈਡੀਕਲ ਇਨਫੋਰਮੇਸ਼ਨ ਬਿਊਰੋ। ਇਹਦੇ ਵਿੱਚ ਅਗਰ ਕੋਈ ਵੀ ਤੁਸੀਂ ਇਹ ਕਹਿ ਲਓ ਕਿ ਨਾਰਥਰਨ ਅਮਰੀਕਾ ਦੇ ਵਿੱਚ, ਕੈਨੇਡਾ ਤੇ ਯੂਨਾਈਟਿਡ ਸਟੇਟ ਦੇ ਵਿੱਚ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਨਾ, ਉਹ ਇੱਕ ਦੂਜੇ ਦਾ ਰੈਕਡ ਆਪਣਾ ਸ਼ੇਅਰ ਕਰਦੀਆਂ ਹੈਗੀਆਂ ਕਿ ਅਗਰ ਕਿਸੇ ਨੇ ਕਿਸੇ ਕੰਪਨੀ ਦੇ ਵਿੱਚ ਕੋਈ ਇੰਸ਼ੋਰੈਂਸ ਅਪਲਾਈ ਕੀਤੀ ਸੀ ਤੇ ਉਹ ਰਿਜੈਕਟ ਹੋ ਗਈ, ਉਹ ਕਿਉਂ ਰਿਜੈਕਟ ਹੋਈ, ਉਹਦੇ 'ਚ MIB ਕੋਡਸ ਦੇ ਵਿੱਚ ਲਿਖਿਆ ਰਹਿੰਦਾ ਹੈਗਾ। ਤੇ ਉਹ ਇੱਕ ਦੂਜੇ ਨਾਲ ਸ਼ੇਅਰ ਕਰਦੇ ਨੇ। ਤੇ ਜਦ ਮੰਨ ਲਓ ਵੀ ਇੱਕ ਕਿਸੇ ਨੇ ਕੀਤਾ, ਕਿਸੇ ਕੰਪਨੀ ਦੇ ਕੋਲ ਕਿਸੇ ਨੇ ਇੰਸ਼ੋਰੈਂਸ ਅਪਲਾਈ ਕੀਤਾ, ਪਰ ਉਹਦੀ ਹੋਈ ਨਹੀਂ, ਡਿਊ ਟੂ ਮੰਨ ਲਓ ਉਹਦਾ BP ਹਾਈ ਸੀ ਜਾਂ ਕੁਛ ਵੀ ਮੈਡੀਕਲ ਕੰਡੀਸ਼ਨ ਸੀ, ਤੇ ਉਹ ਨਹੀਂ ਹੋਈ, ਤਾਂ ਫਿਰ ਉਹ ਕੀ ਕਰਦੇ ਹੈਗੇ ਨੇ, ਉਹ ਰੈਕਟ ਤੇ ਚੜ ਜਾਂਦੀ ਹੈਗੀ ਚੀਜ਼। ਤੇ ਬੰਦੇ ਨੇ ਮੰਨ ਲਓ ਵੀ ਉੱਥੇ ਤੇ ਉਹਦੀ ਪਾਲਿਸੀ ਅਪਰੂਵ ਨਹੀਂ ਹੋਈ, ਕੋਈ ਕਿਸੇ ਹੋਰ ਐਡਵਾਈਜ਼ਰ ਨੂੰ ਮਿਲਿਆ, ਉਹ ਕਹਿੰਦਾ ਕੋਈ ਨਹੀਂ ਮੈਂ ਅਪਲਾਈ ਕਰ ਦਿੰਦਾ। ਜਦੋਂ ਉਹ ਅਪਲਾਈ ਕਰਦਾ ਤਾਂ ਉਹਦਾ ਪੁਰਾਣਾ ਰੈਕਡ ਜਿਹੜਾ ਹੈਗਾ MIB ਜਿਹੜਾ ਹੈਗਾ ਉਹਦੇ ਵਿੱਚ ਉਹ ਸਾਹਮਣੇ ਆ ਜਾਂਦਾ ਹੈਗਾ। ਤੇ ਫਿਰ ਉਹ ਦੈਟ ਮੀਨਸ ਕਿ ਦੂਸਰੀ ਕੰਪਨੀ ਵੀ ਸੇਫ ਰਹਿੰਦੀ ਹੈਗੀ ਹੈ, ਉਹਨਾਂ ਨੂੰ ਰਿਸਕ ਦਾ ਪਤਾ ਲੱਗ ਜਾਂਦਾ ਕਿ ਇਹਦੀ ਪਹਿਲਾਂ ਵੀ ਐਪਲੀਕੇਸ਼ਨ ਜਿਹੜੀ ਹੈ ਉਹ ਡਿਕਲਾਈਨ ਹੋਈ ਹੋਈ ਹੈ ਜਾਂ ਰੇਟ ਅਪ ਹੋਈ ਹੈ। ਤੇ ਇੱਕ ਦੂਜੇ ਦੀ ਇਹ ਕੰਪਨੀਆਂ ਵਾਲੇ ਮਦਦ ਕਰਦੇ ਹੈਗੇ ਨੇ, ਤੁਹਾਨੂੰ MIB ਕੋਡ ਕਹਿੰਦੇ ਹੈਗੇ। ਤੇ ਇਹ ਉਹਦੀ ਜਿਹੜੀ ਹੈ ਇੱਕ ਐਗਜ਼ਾਮਪਲ ਦਿੱਤੀ ਹੈਗੀ ਹੈ। ਮੋਟਰ ਵਹੀਕਲ ਰੈਕਡ, ਤੇ ਇਹਦੇ 'ਚ ਵੀ ਕਈ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈਗਾ। ਜੇ ਤੁਸੀਂ ਕੰਪਨੀ ਨੂੰ ਕੋਈ ਸ਼ੱਕ ਪੈਂਦਾ ਹੈਗਾ ਕਿ ਇਹਨੇ ਕੋਈ ਡੇਂਜਰਸ ਡਰਾਈਵਿੰਗ ਕੀਤੀ ਹੈ, ਜਾਂ ਡਿਕਲੇਅਰ ਕਰਦਾ ਬੰਦਾ ਵੀ ਹਾਂ ਮੈਨੂੰ ਇੱਦਾਂ ਦਾ ਕੋਈ ਮੈਨੂੰ ਟਿਕਟ ਇਸ਼ੂ ਹੋਈ ਸੀ, ਤੇ ਫਿਰ ਉਹਦਾ ਰੈਕਡ ਵੀ ਮੰਗਿਆ ਜਾ ਸਕਦਾ ਹੈਗਾ। ਤਾਂ ਉੱਥੋਂ ਕੰਪਨੀ ਨੂੰ ਜਿਹੜਾ ਹੈਗਾ ਅੰਡਰਰਾਈਟਰ ਨੂੰ ਅਸੈਸ ਹੋ ਜਾਂਦਾ ਹੈਗਾ ਕਿ ਇਹ ਕਿੰਨਾ ਕੁ ਰਿਸਕੀ ਡਰਾਈਵਰ ਹੈਗਾ। ਇੰਸਪੈਕਸ਼ਨ ਰਿਪੋਰਟ ਇਹ ਵੀ ਮੰਗੀ ਜਾ ਸਕਦੀ ਹੈਗੀ ਆ, ਤੇ ਉਹਦੀ ਹੈਬਿਟਸ ਬਾਰੇ, ਉਹਦੇ ਫਾਈਨੈਂਸਿਸ ਬਾਰੇ, ਆਕੂਪੇਸ਼ਨ ਤੇ ਡਰਾਈਵਿੰਗ ਰਿਕਾਰਡ ਵਾਸਤੇ। ਤੇ ਐਡੀਸ਼ਨਲ ਮਤਲਬ ਜੇ ਕੰਪਨੀ ਨੂੰ ਲੱਗੇ ਕਿ ਉਹਨੂੰ ਐਡੀਸ਼ਨ ਚਾਹੀਦੀ ਹੈਗੀ, ਤੇ ਇੰਸਪੈਕਸ਼ਨ ਰਿਪੋਰਟ ਵੀ ਮੈਡੀਕਲ ਇੰਸ਼ੋਰੈਂਸ ਤੇ ਮੈਡੀਕਲ ਐਗਜ਼ਾਮ ਦੇ ਨਾਲ ਨਾਲ ਜਿਵੇਂ ਇੰਸਪੈਕਸ਼ਨ ਰਿਪੋਰਟ ਵੀ ਜਿਹੜੀ ਹੈਗੀ ਆ ਉਹ ਮੰਗੀ ਜਾ ਸਕਦੀ ਹੈਗੀ ਹੈ। ਤੇ ਕੋਈ ਹੋਰ ਵੀ ਇਨਫੋਰਮੇਸ਼ਨ ਅੰਡਰਰਾਈਟਰ ਮੰਗ ਸਕਦਾ, ਅਗਰ ਕੋਈ ਨਹੀਂ ਉਹਨੂੰ ਕਲੀਅਰ ਹੋ ਰਿਹਾ ਹੈਗਾ। ਫਾਈਨੈਂਸ਼ੀਅਲ ਅੰਡਰਰਾਈਟਿੰਗ ਦਾ ਮਤਲਬ ਉਹਦੇ ਵੇਖਣਾ ਹੈਗਾ ਕਿ ਉਹ ਪੇ ਕਰ ਸਕਦਾ ਹੈਗਾ ਕਿ ਨਹੀਂ ਕਰ ਸਕਦਾ। ਇਹ ਵੀ ਵੇਖਣਾ ਹੈਗਾ ਕਿ ਉਹਨੂੰ ਇੰਨੀ ਲੋੜ ਵੀ ਹੈਗੀ ਇੰਸ਼ੋਰੈਂਸ ਦੀ ਕਿ ਨਹੀਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਾਈਨੈਂਸ਼ੀਅਲ ਅੰਡਰਰਾਈਟਿੰਗ ਦੇ ਵਿੱਚ ਆਉਂਦੀਆਂ। ਇੱਕ ਮੈਡੀਕਲ ਅੰਡਰਰਾਈਟਿੰਗ ਹੁੰਦੀ ਹੈ, ਇੱਕ ਫਾਈਨੈਂਸ਼ੀਅਲ ਅੰਡਰਰਾਈਟਿੰਗ। ਫਾਈਨੈਂਸ਼ੀਅਲ ਅੰਡਰਰਾਈਟਿੰਗ ਦਾ ਮਤਲਬ ਕਿ ਉਹ ਨੂੰ ਇਹ ਇੰਨੀ ਇੰਸ਼ੋਰੈਂਸ ਦੀ ਲੋੜ ਹੈ। ਦੂਸਰਾ ਹੈਗਾ ਕਿ ਉਹਦੇ 'ਚ ਇੰਸ਼ੋਰੇਬਿਲਟੀ, ਆਪਣੇ ਇੰਸ਼ੋਰੇਬਿਲਟੀ ਦੀ ਤਾਂ ਆਪਾਂ ਗੱਲ ਕਰ ਹੀ ਲਈ ਹੈਗੀ ਆ ਕਿ ਇੰਸ਼ੋਰੇਬਲ ਇੰਟਰਸਟ ਹੈਗਾ ਕਿ ਨਹੀਂ ਹੈਗਾ। ਪਲੱਸ ਇਹ ਵੀ ਹੈ ਨਾ ਕਿ ਉਹ ਅਫੋਰਡ ਵੀ ਕਰ ਪਾਏਗਾ ਇੰਨਾ ਪ੍ਰੀਮੀਅਮ ਦੇਣਾ ਕਿ ਨਹੀਂ ਕਰ ਪਾਏਗਾ। ਜਿਹੜੇ ਨਹੀਂ ਹੈਗੇ ਕੈਨੇਡੀਅਨ ਸਿਟੀਜ਼ਨ, ਉਹਨਾਂ 'ਤੇ ਬੜੀ ਤਰ੍ਹਾਂ ਦੇ ਰਿਸਟ੍ਰਿਕਸ਼ਨਸ ਹੈਗੀਆਂ ਕਿ ਉਹ ਘੱਟ, ਹਾਲਾਂਕਿ PR ਜਿਹੜਾ ਹੈਗਾ ਬੰਦਾ ਪਰਮਾਨੈਂਟ ਰੈਜ਼ੀਡੈਂਟ ਕੈਨੇਡੀਅਨ, ਉਹ ਤਕਰੀਬਨ ਸਿਟੀਜ਼ਨ ਦੇ ਬਰਾਬਰ ਹੀ ਉਹਨੂੰ ਹਰ ਇੱਕ ਚੀਜ਼ ਜਿਹੜੀ ਹੈ ਮਿਲ ਜਾਂਦੀ ਹੈਗੀ ਆ। ਪਰ ਕੁਛ ਕੁ ਜਿਹੜੇ ਨਵੇਂ ਮਤਲਬ ਆਏ ਹੁੰਦੇ ਨੇ PR ਕੈਨੇਡਾ ਦੇ ਵਿੱਚ, ਉਹਨਾਂ ਦੀ ਕੁਛ ਡਿਟੇਲ ਜ਼ਿਆਦਾ ਵੀ ਮੰਗੀ ਜਾ ਸਕਦੀ ਹੈਗੀ ਆ, ਕਿਉਂਕਿ ਉਹਨਾਂ ਦੀ ਫਾਈਨੈਂਸ਼ੀਅਲ ਵੀ ਅਤੇ ਪਲੱਸ ਉਹਨਾਂ ਦੀ ਮੈਡੀਕਲ ਹਿਸਟਰੀ ਵੀ ਇੱਥੇ ਕੈਨੇਡਾ 'ਚ ਅਵੇਲੇਬਲ ਨਹੀਂ ਹੁੰਦੀ, ਅਤੇ ਇਸ ਕਰਕੇ ਉਹਦਾ ਥੋੜ੍ਹਾ ਜ਼ਿਆਦਾ ਕਰ ਲੈਂਦੇ ਨੇ। ਮੰਨ ਲਓ ਵੀ ਇੱਕ ਨਵਾਂ ਇਮੀਗਰੈਂਟ ਆਇਆ ਹੈਗਾ ਅਤੇ ਕਿੱਥੇ ਕੋਈ ਪੁਰਾਣਾ ਰਹਿ ਰਿਹਾ ਸਿਟੀਜ਼ਨ ਹੈਗਾ,
ਤੇ ਜੇ ਦੋਨੋਂ ਇਕੱਠੇ ਅਪਲਾਈ ਕਰਦੇ ਨੇ ਤੇ ਹੋ ਸਕਦਾ ਪੀਆਰ ਦਾ ਮੈਡੀਕਲ ਕਰਵਾਉਣ ਤੇ ਦੂਸਰੇ ਦਾ ਨਾ ਕਰਵਾਉਣ, ਤੇ ਉਹ ਇਹ ਚੀਜ਼ ਦਾ ਵੀ ਫਰਕ ਜਿਹੜਾ ਪੈਂਦਾ ਹੈਗਾ। ਇਸੇ ਤਰ੍ਹਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ, ਰਿਫਿਊਜੀ ਨੇ, ਉਹਨਾਂ ਤੇ ਵੀ ਜਿਹੜਾ ਹੈਗਾ ਕਿ ਕਈ ਤਰ੍ਹਾਂ ਦੀਆਂ ਰਿਸਟ੍ਰਿਕਸ਼ਨ ਹੈਗੀਆਂ ਲਾਈਫ ਇੰਸ਼ੋਰੈਂਸ ਦੇ ਵਿੱਚ। ਤੇ ਪਰ ਜਿਹਨਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਅਜੇ ਤੱਕ ਵੇਟਿੰਗ ਹੈਗੀ ਹੈ, ਉਹਨਾਂ 'ਤੇ ਵੀ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਤੁਸੀਂ ਪੜ੍ਹ ਲੈਣਾ। ਮੈਨੂੰ ਲੱਗਦਾ ਨਹੀਂ ਕੋਈ ਸਮਝਾਉਣ ਵਾਲੀ। ਇੰਟਰਨੈਸ਼ਨਲ ਸਟੂਡੈਂਟ ਦੀ ਵੀ ਗੱਲ ਕੀਤੀ ਹੈ। ਜਿਹੜੇ ਫਰੀਕੁਐਂਟ ਟਰੈਵਲ ਕਰਦੇ ਨੇ ਉਹਨਾਂ ਦਾ ਵੀ ਤੁਹਾਨੂੰ ਪਤਾ ਹੀ ਫਿਰ ਥੋੜ੍ਹਾ ਜਿਹਾ ਰਿਸਕ ਜ਼ਿਆਦਾ ਹੋ ਜਾਂਦਾ ਹੈਗਾ, ਅਤੇ ਉਸ ਹਿਸਾਬ ਨਾਲ ਕੰਪਨੀ ਡਿਸੀਜ਼ਨ ਲੈਂਦੀ ਕਿ ਇਹਨਾਂ ਨੂੰ ਦੇਣੀ ਹੈ ਇੰਸ਼ੋਰੈਂਸ ਜਾਂ ਨਹੀਂ ਦੇਣੀ। ਐਵੋਕੇਸ਼ਨਸ ਜਾਂ ਹੌਬੀਜ਼ ਵਗੈਰਾ, ਜਿਵੇਂ ਪੈਰਾਸੇਲਿੰਗ ਹੋ ਗਿਆ, ਬੈਕ ਕੰਟਰੀ ਸਨੋ ਬੋਰਡਿੰਗ ਹੋ ਗਿਆ, ਮਾਊਂਟੇਨ ਕਲਾਈੰਬਿੰਗ ਹੋ ਗਿਆ, ਸਕੂਬਾ ਡਾਈਵਿੰਗ, ਇਹ ਸਾਰੇ ਜਿਹੜੀਆਂ ਮਤਲਬ ਕਹਿ ਲਓ ਕਿ ਐਡਵੈਂਚਰਸ ਸਪੋਰਟਸ ਹੈਗੀਆਂ, ਅਤੇ ਇਹਨਾਂ ਤੋਂ ਵੀ ਜਿਹੜੀਆਂ ਕੰਪਨੀਆਂ ਕਤਰਾਉਂਦੀਆਂ ਹੈਗੀਆਂ, ਅਤੇ ਉਹ ਨੋਰਮਲੀ ਇਹਨਾਂ ਨੂੰ ਨਹੀਂ ਦਿੰਦੀਆਂ ਹੈਗੀਆਂ। ਕੁਛ ਕੁ ਕੰਪਨੀਆਂ ਹੁੰਦੀਆਂ ਜਿਹੜੀਆਂ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਦੇ ਦਿੰਦੀਆਂ, ਪਰ ਜੇ ਆਪਾਂ ਟਰਡੀਸ਼ਨਲੀ ਗੱਲ ਕਰੀਏ ਤਾਂ ਸਾਰੀਆਂ ਕੰਪਨੀਆਂ ਅਵਾਇਡ ਕਰਦੀਆਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਇੰਸ਼ੋਰੈਂਸ ਦੇਣ ਵਾਸਤੇ, ਕਿਉਂਕਿ ਹਾਈ ਰਿਸਕ ਪ੍ਰੋਫਾਈਲ ਗਿਣਿਆ ਜਾਂਦਾ ਹੈਗਾ। ਫਿਰ ਰਿਸਕ ਕਲਾਸਿਸ ਦੇਖਦੇ ਨੇ ਅਤੇ ਉਹਦੇ ਹਿਸਾਬ ਨਾਲ ਜਿਹੜਾ ਉਹਦਾ ਪ੍ਰੀਮੀਅਮ ਕਰਦੇ ਹੈਗੇ ਨੇ। ਅਤੇ ਸਟੈਂਡਰਡ ਮਤਲਬ ਜਿਹੜਾ ਨੋਰਮਲ ਲਾਈਫ ਹੈਗੀ ਆ, ਨਾ ਬਹੁਤ ਵਧੀਆ ਨਾ ਬਹੁਤ ਮਾੜਾ, ਅਤੇ ਉਹਨੂੰ ਆਪਾਂ ਸਟੈਂਡਰਡ 'ਚ ਗਿਣ ਲੈਂਦੇ ਹਾਂ। ਪ੍ਰੈਫਰਡ ਹੈਗਾ ਕਿ ਥੋੜ੍ਹਾ ਜਿਹਾ ਇਹ ਠੀਕ ਠਾਕ ਹੈਗਾ, ਅਤੇ ਰੇਟਡ ਦਾ ਮਤਲਬ ਹੁੰਦਾ ਕਿ ਜਿਹਦੀ ਹਾਲਤ ਮਾੜੀ ਹੈਗੀ ਹੈ, ਅਤੇ ਜਾਂ ਉਹਦਾ ਵੇਟ ਜ਼ਿਆਦਾ ਹੈਗਾ, ਜਾਂ ਉਹਨੂੰ ਕੋਈ ਮੈਡੀਕਲ ਇਸ਼ੂ ਹੈਗੀ ਹੈ, ਤਾਂ ਉਹਨੂੰ ਆਪਾਂ ਰੇਟਡ ਕਹਿ ਦਿੰਦੇ ਹੈਗੇ ਆ। ਐਕਸਕਲੂਜ਼ਨ ਦਾ ਮਤਲਬ ਹੁੰਦਾ ਕਿ ਪਾਲਿਸੀ ਤਾਂ ਇਸ਼ੂ ਕਰ ਦਿੱਤੀ, ਪਰ ਕੁਛ ਐਕਸਕਲੂਜ਼ਨ ਲਗਾ ਦਿੱਤੇ ਵੀ ਜੇ ਇਹਦੇ ਕਰਕੇ ਡੈਥ ਹੋਏਗੀ ਤਾਂ ਫਿਰ ਆਪਾਂ ਨਹੀਂ ਦੇਣੀ ਹੈਗੀ। ਅਤੇ ਉਹ ਕੁਛ ਨਾ ਕੁਛ ਕਾਰਨ ਜਿਹੜੇ ਹੈਗੇ ਨੇ ਉਹ ਡਿਪੈਂਡ ਕਰਦਾ ਹੈਗਾ ਕਿ ਉਹ ਬੰਦੇ ਦਾ ਰਿਸਕ ਜ਼ਿਆਦਾ ਕਿਸ ਚੀਜ਼ ਦਾ ਹੈਗਾ। ਮੰਨ ਲਓ ਕੋਈ ਬੰਦਾ ਸੇ ਕਿ ਇਰਾਕ ਤੋਂ ਆਉਂਦਾ ਹੈਗਾ, ਅਤੇ ਹੋ ਸਕਦਾ ਵੀ ਉਹ ਕਹੇ ਵੀ ਜੇ ਇਰਾਕ ਦੇ ਵਿੱਚ ਡੈਥ ਹੋਏਗੀ ਤਾਂ ਫਿਰ ਨਹੀਂ ਆਪਾਂ ਦੇਣਾ, ਕਿਉਂਕਿ ਮੰਨ ਲਓ ਉੱਥੇ ਵਾਰ ਲੱਗੀ ਰਹਿੰਦੀ ਹੈਗੀ ਹੈ, ਜਾਂ ਅਤੇ ਇੱਦਾਂ ਮਤਲਬ ਕਈ ਜਿਹੜੇ ਹੈਗੇ ਨੇ ਕੋਈ ਰਿਸਕ ਕੰਟਰੀ ਹੈਗੇ ਨੇ, ਅਤੇ ਉਹਨਾਂ 'ਤੇ ਐਕਸਕਲੂਜ਼ਨ ਲਗਾ ਦਿੰਦੇ ਨੇ, ਜਾਂ ਕਈ ਵਾਰੀ ਕੋਈ ਹੈਲਥ ਕੰਡੀਸ਼ਨ 'ਤੇ ਵੀ ਕੋਈ ਲਗਾ ਸਕਦੇ ਹੈਗੇ ਨੇ, ਜਾਂ ਕਈ ਵਾਰੀ ਮੰਨ ਲਓ ਕਹਿੰਦੇ ਚਲ ਠੀਕ ਹੈ ਪਾਇਲਟ ਨੂੰ ਦੇ ਜਾਂ ਵੀ ਕਿਸੇ ਵੀ ਸਪੋਰਟਸ ਵਾਲੇ ਨੂੰ ਮੰਨ ਲਓ ਦੇ ਦਿੱਤੀ, ਉਹ ਸਕੂਬਾ ਡਾਈਵਿੰਗ ਕਰਦਾ ਸੀ ਜਾਂ ਕੁਛ ਵੀ ਮਤਲਬ ਇੱਦਾਂ ਦੀ ਐਡਵੈਂਚਰ ਸਪੋਰਟ ਉਹਦੇ ਵਿੱਚ ਪਾਰਟੀਸਪੇਟ ਕਰ ਰਿਹਾ ਸੀ, ਅਤੇ ਮੰਨ ਲਓ ਕੰਪਨੀ ਨੇ ਇਸ਼ੂ ਕਰ ਦਿੱਤੀ ਪਾਲਿਸੀ, ਪਰ ਐਕਸਕਲੂਜ਼ਨ ਲਗਾ ਦਿੱਤਾ ਜੇ ਤੂੰ ਆਹ ਐਕਟੀਵਿਟੀ ਕਰੇਂਗਾ ਤਾਂ ਫਿਰ ਜੇ ਉੱਥੇ ਤੇਰੀ ਡੈਥ ਹੁੰਦੀ ਫਿਰ ਨਹੀਂ ਆਪਾਂ ਦੇਣਾ ਹੈਗਾ। ਉਹ ਇਸ ਤਰ੍ਹਾਂ ਇਹਦੇ ਜਿਹੜੇ ਉਹਨੂੰ ਆਪਾਂ ਐਕਸਕਲੂਜ਼ਨ ਕਹਿ ਦਿੰਦੇ ਹੈਗੇ ਆ। ਅਪਗ੍ਰੇਡ ਦਾ ਮਤਲਬ ਹੁੰਦਾ ਕਿ ਕਈ ਵਾਰੀ ਬੰਦਾ ਕਹਿੰਦਾ ਹੈਗਾ ਠੀਕ ਹੈ ਮੈਂ ਪਹਿਲਾਂ ਆਹ ਕਰਦਾ ਸੀ ਪਰ ਹੁਣ ਮੈਂ ਇਹ ਨਹੀਂ ਕਰਦਾ ਹੈਗਾ, ਅਤੇ ਉਹ ਅਪਗ੍ਰੇਡ ਵੀ ਜਿਹੜਾ ਹੋ ਸਕਦਾ ਹੈਗਾ, ਤੁਹਾਡੀ ਕਲਾਸ ਜਿਹੜੀ ਅਪਗ੍ਰੇਡ ਵੀ ਹੋ ਸਕਦੀ ਹੈਗੀ ਹੈ, ਅਤੇ ਪ੍ਰੀਮੀਅਮ ਜਿਹੜੇ ਹੈਗੇ ਨੇ ਡਿਕਰੀਜ਼ ਵੀ ਹੋ ਸਕਦੇ ਹੈਗੇ ਨੇ। ਡਿਕਲਾਈਨ ਵੀ ਕਰਦੇ, ਡਿਕਲਾਈਨ ਦਾ ਮਤਲਬ ਕਿ ਨਾ ਕਰ ਦਿੱਤੀ ਵੀ ਨਹੀਂ ਜੀ ਆਪਾਂ ਇਹ ਡਿਕਲਾਈਨ ਵੀ ਇੱਕ ਡੈਫਰਡ ਕਰ ਦਿੰਦੇ ਹੈਗੇ ਨੇ, ਜਾਂ ਡਿਕਲਾਈਨ ਕਰ ਦਿੰਦੇ ਜਾਂ ਕਹਿਣਗੇ ਕਿ ਠੀਕ ਆ ਜਾਂ ਤੇਰਾ ਟੈਸਟ ਹੈਗਾ ਪੈਂਡਿੰਗ, ਇਹਨੂੰ ਕਰਾ ਲਾ, ਉਹਨੇ ਚਿਰ ਆਪਾਂ ਤੇਰੀ ਪਾਲਿਸੀ ਨਹੀਂ ਕਰਨੀ, ਉਹਨੂੰ ਆਪਾਂ ਕਹਿੰਦੇ ਪੋਸਟਪੋਨ ਕਰ ਦਿੱਤਾ। ਡਿਕਲਾਈਨ ਦਾ ਮਤਲਬ ਕਿ ਨਾ ਹੀ ਕਰ ਦਿੱਤੀ ਪਰਮਾਨੈਂਟ, ਵੀ ਨਹੀਂ ਜੀ ਅਸੀਂ ਨਹੀਂ ਇਹ ਕਰਨੀ ਹੈਗੀ, ਅਤੇ ਇਹਦੇ 'ਚ ਰਿਸਕ ਕੰਪਨੀ ਨੂੰ ਜ਼ਿਆਦਾ, ਇਸ ਕਰਕੇ ਕਈ ਵਾਰੀ ਕੰਪਨੀ ਨਾ ਕਰ ਦਿੰਦੀ ਹੈਗੀ। ਇਹ 'ਚ ਕਿਹੜੇ ਫੈਕਟਰ ਨੇ ਜਿਹਦੇ ਕਰਕੇ ਪ੍ਰੀਮੀਅਮ ਇਫੈਕਟ ਕਰਦਾ? ਏਜ ਤਾਂ ਹੈਗਾ, ਠੀਕ ਹੈ, ਜਿੱਦਾਂ ਏਜ ਜ਼ਿਆਦਾ ਹੋਏਗੀ ਉਨੀ ਜ਼ਿਆਦਾ ਪ੍ਰੀਮੀਅਮ ਤੁਹਾਡੇ ਜ਼ਿਆਦਾ ਹੋਣਗੇ। ਤੁਹਾਡੀ ਅਟੇਨਡ ਏਜ ਵੀ ਕਿਹੜੀ ਹੈਗੀ ਆ, ਅਤੇ ਦੂਜਾ ਆ ਜਾਂਦਾ ਹੈਗਾ ਵੀ ਤੁਹਾਡਾ ਜੈਂਡਰ ਕੀ ਹੈ। ਮੇਲ ਦੇ ਹਮੇਸ਼ਾ ਥੋੜ੍ਹੇ ਪ੍ਰੀਮੀਅਮ ਜ਼ਿਆਦਾ ਹੁੰਦੇ ਨੇ, ਫੀਮੇਲ ਦੇ ਥੋੜ੍ਹੇ ਘੱਟ ਹੁੰਦੇ ਨੇ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਜਿਹੜੇ ਮੋਰਟੈਲਿਟੀ ਚਾਰਟ ਹੈਗੇ ਨੇ ਉੱਥੇ ਸਾਨੂੰ ਪਤਾ ਲੱਗਦਾ ਹੈਗਾ ਕਿ ਫੀਮੇਲ ਦੀ ਲਾਈਫ ਜ਼ਿਆਦਾ ਹੈ ਅਤੇ ਮੇਲ ਦੀ ਘੱਟ ਹੈ, ਅਤੇ ਇਸ ਕਰਕੇ ਮੇਲਸ ਦੇ ਪ੍ਰੀਮੀਅਮ ਜ਼ਿਆਦਾ ਹੁੰਦੇ ਨੇ। ਏਜ, ਜੈਂਡਰ ਅਤੇ ਹੈਲਥ ਸਟੇਟਸ ਕੀ ਹੈਗਾ, ਕਿਹੜੀ ਕਲਾਸ ਦੇ ਵਿੱਚ ਤੁਸੀਂ ਆਉਂਦੇ ਹੋ, ਉਸ ਹਿਸਾਬ ਨਾਲ ਜਿਹੜੇ ਪ੍ਰੀਮੀਅਮ ਤੁਹਾਡੇ ਡਿਸਾਈਡ ਹੁੰਦੇ ਹੈਗੇ ਨੇ, ਠੀਕ ਹੈ। ਜਿਵੇਂ ਬੈਸਟ ਰੇਟ ਆ ਗਿਆ, ਫਿਰ ਬੈਟਰ ਦੈਨ ਸਟੈਂਡਰਡ ਨੋਨ ਸਮੋਕਰ, ਫਿਰ ਨੋਨ ਸਮੋਕਰ ਆ ਗਿਆ, ਫਿਰ ਗੁੱਡ ਸਮੋਕਰ, ਫਿਰ ਵਰਸਟ ਸਮੋਕਰ, ਫਿਰ ਤੁਸੀਂ ਬਹੁਤ ਜ਼ਿਆਦਾ ਸਮੋਕ ਕਰਦੇ ਹੈਗੇ ਹੋ ਤਾਂ ਫਿਰ ਤੁਹਾਡਾ
ਰੇਟ ਵੱਧ ਜਾਂਦਾ ਹੈਗਾ ਉਹਨੇ। ਤੇ ਜਾਂ ਤੁਹਾਡਾ ਕੋਈ ਆਕੂਪੇਸ਼ਨ ਜਿਹੜਾ ਹੈਗਾ ਉਹ ਕੁਛ ਖਤਰਨਾਕ ਹੈਗਾ, ਤੇ ਉਹਦੇ ਨਾਲ ਵੀ ਰੇਟ ਵੱਧ ਜਾਂਦਾ ਹੈਗਾ। ਤੁਹਾਡਾ ਲਾਈਫ ਸਟਾਈਲ ਥੋੜ੍ਹਾ ਵੀ ਖਤਰਨਾਕ ਹੈਗਾ, ਤੁਸੀਂ ਐਕਟੀਵਿਟੀਜ਼ ਕੁਛ ਇਸ ਤਰ੍ਹਾਂ ਦੇ ਪਾਰਟੀਸਪੇਟ ਕਰਦੇ ਹੋ ਜਿਹਦੇ 'ਚ ਰਿਸਕ ਜ਼ਿਆਦਾ ਹੈਗਾ ਡੈਥ ਹੋਣ ਦੇ, ਤੇ ਉਹਦੇ ਨਾਲ ਵੀ ਜਿਹੜਾ ਤੁਹਾਡਾ ਕੇਸ ਵੱਧ ਜਾਂਦਾ ਹੈਗਾ। ਕੰਪਨੀ ਉਹਦੇ ਹੋ ਗਏ ਬੰਦੇ ਦੇ, ਕੰਪਨੀ ਦੇ ਕੀ ਹੁੰਦੇ ਹੈਗਾ ਕਿ ਕਾਸਟ ਜਿਹੜੀ ਇੰਸ਼ੋਰੈਂਸ ਦੀ ਕਿੱਦਾਂ ਵੱਧਦੀ ਹੈਗੀ। ਜੇ ਮੰਨ ਲਓ ਕੋਈ ਕੰਪਨੀ 'ਚ ਮੋਰਟੈਲਿਟੀ ਕਾਸਟ ਦਾ ਮਤਲਬ ਇਹ ਹੈਗਾ ਕਿ ਤੁਹਾਡਾ ਡੈਥ ਕਲੇਮ ਕਿੰਨੇ ਕੁ ਜਾ ਰਹੇ ਨੇ। ਜੇ ਮਤਲਬ ਡੈਥ ਕਲੇਮ ਜ਼ਿਆਦਾ ਜਾ ਰਹੇ ਨੇ ਕਿਸੇ ਕੰਪਨੀ ਦੇ ਵਿੱਚ, ਤਾਂ ਉਹਦਾ ਰੇਟ ਆਫ ਜਿਹੜਾ ਪ੍ਰੀਮੀਅਮ ਵੱਧ ਜਾਏਗਾ। ਜੇ ਘੱਟ ਜਾ ਰਹੇ ਨੇ ਤਾਂ ਘਟਣਗੇ। ਇਸੇ ਤਰ੍ਹਾਂ ਉਹਦੀ ਐਡਮਿਨਿਸਟ੍ਰੇਸ਼ਨ ਕਾਸਟ ਕੀ ਹੈ, ਐਕਸਪੈਂਸ ਕਿੰਨੇ ਨੇ, ਉਹ ਵੀ ਪ੍ਰੀਮੀਅਮ 'ਤੇ ਫਰਕ ਪਾਉਂਦੇ ਨੇ। ਜਾਂ ਜਿਹੜੀ ਕੰਪਨੀ ਪ੍ਰੀਮੀਅਮ ਲੈ ਰਹੀ ਹੈ ਉਹਦੇ 'ਤੇ ਰਿਟਰਨ ਕਿੰਨੀ ਕੁ ਉਹਨੂੰ ਆ ਰਹੀ ਹੈ, ਉਹਦੇ ਹਿਸਾਬ ਨਾਲ ਵੀ ਜੇ ਰਿਟਰਨ ਕੰਪਨੀ ਕੋਲ ਅੱਛੀ ਆ ਰਹੀ ਹੈਗੀ ਹੈ ਤੇ ਕੰਪਨੀ ਕੀ ਕਰੇਗੀ, ਪ੍ਰੀਮੀਅਮ ਘਟਾ ਦੇਗੀ। ਜੇ ਕੰਪਨੀ ਨੂੰ ਰਿਟਰਨ ਘੱਟ ਆ ਰਹੀ ਹੈ ਤਾਂ ਪ੍ਰੀਮੀਅਮ ਵਧਾ ਦੇਗੀ। ਤੋ ਜਿਵੇਂ ਮੰਨ ਲਓ ਕਿ ਜੇ ਇੰਟਰਸਟ ਰੇਟ ਘੱਟ ਨੇ ਤੇ ਫਿਰ ਕੀ ਹੋਏਗਾ ਕਿ ਰਿਟਰਨ ਵੀ ਘੱਟ ਆਏਗੀ ਤੇ ਉਹਦੇ ਨਾਲ ਪ੍ਰੀਮੀਅਮ ਵਧਾ ਦੇਣਗੇ। ਦੂਜਾ ਹੈਗਾ ਰੀਇੰਸ਼ੋਰੈਂਸ। ਰੀਇੰਸ਼ੋਰੈਂਸ ਕੀ ਹੁੰਦਾ ਹੈਗਾ ਕਿ ਇੰਸ਼ੋਰੈਂਸ ਕੰਪਨੀ ਦੇ ਉੱਤੇ ਵੀ ਇੱਕ ਮਤਲਬ ਕੰਪਨੀਆਂ ਹੁੰਦੀਆਂ, ਵੱਡੀਆਂ ਕੰਪਨੀਆਂ ਹੁੰਦੀਆਂ, ਤੇ ਉਹਨਾਂ ਦੇ ਰੇਟ ਕਿੱਦਾਂ ਤੈਅ ਕਰਦੇ ਹੈਗੇ ਨੇ, ਉਹ ਕਿਸ ਰੇਟ ਤੇ ਉਹਨਾਂ ਨੂੰ ਅੱਗੋਂ ਇੰਸ਼ੋਰੈਂਸ ਮਿਲ ਰਹੀ ਹੈਗੀ ਆ, ਤੇ ਉਹਦੇ ਤੇ ਵੀ ਜਿਹੜਾ ਪ੍ਰੀਮੀਅਮ ਤੇ ਅਸਰ ਪਾਉਂਦਾ ਹੈਗਾ। ਤੇ ਪਾਲਿਸੀ ਜਿਹੜੀ ਹੈ ਸਾਰਾ ਕੁਝ ਠੀਕ ਠਾਕ ਹੋ ਕੇ ਜਦੋਂ ਸਾਰਾ ਕੁਝ ਠੀਕ ਹੈ ਤੇ ਉੱਥੇ ਕੀ ਹੈਗਾ ਕਿ ਪਾਲਿਸੀ ਜਿਹੜੀ ਹੈ ਇਸ਼ੂ ਹੋ ਜਾਂਦੀ ਹੈਗੀ ਆ। ਫਿਰ ਪਾਲਿਸੀ ਜੋ ਆਪਣੇ ਡਿਲੀਵਰ ਹੁੰਦੀ ਹੈ, ਗ੍ਰੇਸ ਪੀਰੀਅਡ ਹੁੰਦਾ ਹੈਗਾ। ਇਨਕੰਟੈਸਟੇਬਿਲਿਟੀ ਪੀਰੀਅਡ ਦਾ ਮਤਲਬ ਹੁੰਦਾ ਹੈਗਾ ਕਿ ਪਹਿਲੇ 2 ਸਾਲ ਇਨਕੰਟੈਸਟੇਬਿਲਿਟੀ ਪੀਰੀਅਡ ਹੁੰਦਾ, ਕਿ ਜੇ ਮੰਨ ਲਓ ਬੰਦੇ ਨੇ ਕੁਛ ਕੋਈ ਇਗਨੋਰ ਕਰ ਦਿੱਤੀ ਚੀਜ਼ ਜਾਂ ਕੋਈ ਮਿਸ ਕਰ ਦਿੱਤੀ, ਤੇ ਉਹ ਪਹਿਲੇ 2 ਸਾਲ ਕੰਪਨੀ ਉਹਨੂੰ ਕੰਟੈਸਟ ਕਰ ਸਕਦੀ ਹੈਗੀ ਹੈ, ਪਰ 2 ਸਾਲਾਂ ਤੋਂ ਬਾਅਦ 'ਚ ਨਹੀਂ ਕਰ ਸਕਦੀ। ਇਸੇ ਤਰ੍ਹਾਂ ਸੁਈਸਾਈਡ ਐਕਸਕਲੂਜ਼ਨ ਜਿਹੜੀ ਹੈਗੀ ਹੈ, ਉਹਦੇ ਵਿੱਚ ਕੀ ਹੁੰਦਾ ਕਿ ਜੇ ਪਹਿਲੇ 2 ਸਾਲਾਂ ਦੇ ਵਿੱਚ ਸੁਈਸਾਈਡ ਕਰਦਾ ਬੰਦਾ ਤੇ ਕਵਰੇਜ ਨਹੀਂ ਹੁੰਦੀ, ਪਰ ਜੇ 2 ਸਾਲਾਂ ਤੋਂ ਬਾਅਦ 'ਚ ਸੁਈਸਾਈਡ ਕਰ ਲੈਂਦਾ ਹੈਗਾ ਤੇ ਤਾਂ ਵੀ ਕਵਰੇਜ ਜਿਹੜੀ ਹੁੰਦੀ ਹੈਗੀ ਹੈ। ਸੋ ਇਹ ਪੜ੍ਹਦਾ ਨਾ ਇੰਟਰਸਟਿੰਗ ਹੈਗਾ। has experienced a change in life, changed his occupation। ਫਿਰ ਬੰਦਾ ਜਿਹੜਾ ਹੈਗਾ ਕਿ ਉਹ ਐਕਸੈਪਟ ਕਰਦਾ ਪਾਲਿਸੀ ਨੂੰ, ਫਿਰ ਇਹ ਸਾਈਨ ਹੋ ਕੇ ਫਿਰ ਵਾਪਸ ਕੰਪਨੀ ਦੇ ਕੋਲ ਚਲਾ ਜਾਂਦਾ ਕਿ ਬੰਦੇ ਨੇ ਐਕਸੈਪਟ ਕਰ ਲਈ ਪਾਲਿਸੀ, ਡਿਲੀਵਰ ਹੋ ਜਾਂਦੀ ਹੈ ਤੇ ਏਜੰਟ ਹੀ ਮੋਸਟਲੀ ਲੈ ਕੇ ਜਾਂਦਾ ਹੈਗਾ। ਗਰੁੱਪ ਲਾਈਫ ਇੰਸ਼ੋਰੈਂਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਗਰੁੱਪ ਇਕੱਠੇ ਦੀ, ਜਿਵੇਂ ਮੰਨ ਲਓ ਕਿ ਕੰਪਨੀਆਂ 'ਚ 50 ਬੰਦੇ ਕੰਮ ਕਰਦੇ ਨੇ, ਤਾਂ ਉਹਨਾਂ ਦੀ ਜਿਹੜੀ ਹੈ ਗਰੁੱਪ ਇੰਸ਼ੋਰੈਂਸ ਲੈ ਲਈ ਜਾਂਦੀ ਹੈਗੀ ਆ। ਤੇ ਉਹਦੇ ਵਿੱਚ ਇੰਡੀਵਿਜੂਅਲ ਜਿਹੜਾ ਹੈ ਹੈਲਥ ਨਹੀਂ ਵੇਖੀ ਜਾਂਦੀ, ਇੱਕ ਗਰੁੱਪ ਦਾ ਹੀ ਵੇਖਿਆ ਜਾਂਦਾ ਹੈਗਾ, ਤੇ ਉਹ ਗਰੁੱਪ ਦੀ ਇਕੱਠੀ ਜਿਹੜੀ ਹੈ ਇੰਸ਼ੋਰੈਂਸ ਹੋ ਜਾਂਦੀ ਹੈ, ਤੇ ਉਹਨੂੰ ਆਪਾਂ ਗਰੁੱਪ ਇੰਸ਼ੋਰੈਂਸ ਕਹਿੰਦੇ ਹਾਂ। ਗਰੁੱਪ ਬੇਸਿਕ ਜਿਹੜੀ ਹੈਗੀ ਆ ਕਵਰੇਜ, ਮੰਨ ਲਓ ਕਿ ਕਿਸੇ ਕੰਪਨੀ ਦੇ ਟਰੱਕਿੰਗ ਕੰਪਨੀ ਉਹਦੇ 50 ਡਰਾਈਵਰ ਨੇ, ਤੇ ਉਹ ਕਹਿੰਦੇ ਕਿ ਠੀਕ ਹੈ ਸਾਰਿਆਂ ਦੀ 1-1 ਲੱਖ ਡਾਲਰ ਦੀ ਪਾਲਿਸੀ ਕਰ ਦਿਓ, ਇਹ ਬੇਸਿਕ ਅਮਾਊਂਟ ਹੋ ਗਈ। ਪਰ ਕਈ ਡਰਾਈਵਰ ਹੋਣਗੇ ਉਹ ਕਹਿਣਗੇ ਨਹੀਂ ਮੈਂ ਤਾਂ 2 ਲੱਖ ਦੀ ਲੈਣੀ ਹੈ, ਤਾਂ ਉਹਨੂੰ ਆਪਾਂ ਐਡੀਸ਼ਨਲ ਕਵਰੇਜ ਕਹਿੰਦੇ, ਗਰੁੱਪ ਇੰਸ਼ੋਰੈਂਸ ਦੇ ਨਾਲ ਹੀ ਐਡੀਸ਼ਨਲ ਕਵਰੇਜ। ਤੇ ਜਦੋਂ ਆਪਾਂ ਐਡੀਸ਼ਨਲ ਮੰਗਦੇ ਹੈਗੇ ਆ, ਫਿਰ ਉਹਦੀ ਏਜ ਦੇ ਹਿਸਾਬ ਨਾਲ, ਉਹਦੇ ਸਮੋਕਿੰਗ ਸਟੇਟਸ ਦੇ ਹਿਸਾਬ ਨਾਲ ਜਿਹੜੀ ਸਾਰਾ ਉਹ ਲੱਗੇਗਾ। ਪਰ ਜਦੋਂ ਗਰੁੱਪ ਵਾਲਾ ਲੈ ਰਹੇ ਆ ਉਦੋਂ ਉਹਨਾਂ ਨੇ ਸਮੋਕਿੰਗ ਨੋਨ ਸਮੋਕਿੰਗ ਨਹੀਂ ਦੇਖਣਾ, ਸੇਮ ਰੇਟ ਹੀ ਲੱਗਣਾ। ਪਰ ਜਦੋਂ ਇੰਡੀਵਿਜੂਅਲ ਜਾਂ ਐਡੀਸ਼ਨਲ ਕਵਰੇਜ ਲੈਣੀ ਹੈਗੀ, ਫਿਰ ਉਹਨਾਂ ਨੇ ਦੇਖਣਾ ਕਿ ਬੰਦੇ ਦੀ ਏਜ ਕੀ ਹੈ, ਉਹਦਾ ਜਿਹੜਾ ਹੈਗਾ ਕਿ ਸਮੋਕਿੰਗ ਸਟੇਟਸ ਕੀ ਹੈਗਾ, ਉਹ ਸਾਰੀਆਂ ਚੀਜ਼ਾਂ ਦਾ ਨੋਟ ਕਰਕੇ ਫਿਰ ਹੀ ਉਹਨੂੰ ਐਡੀਸ਼ਨਲ ਅਮਾਊਂਟ ਦੇਣੀ ਹੈਗੀ ਆ। ਕਰੰਟਰ ਲਾਈਫ ਇੰਸ਼ੋਰੈਂਸ ਦਾ ਮਤਲਬ ਹੁੰਦਾ ਕਿ ਤੁਸੀਂ ਕਿਤੋਂ ਲੋਨ ਲਿਆ ਹੈਗਾ ਤੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਤੁਹਾਡਾ ਜਿਹੜਾ ਜਿਹਨੇ ਤੁਹਾਨੂੰ ਲੋਨ ਦਿੱਤਾ ਹੈਗਾ ਉਹ ਹੀ ਚਾਹੁੰਦਾ ਹੈਗਾ ਕਿ ਤੁਸੀਂ ਇੰਸ਼ੋਰੈਂਸ ਆਪਣੀ ਕਰਾ ਕੇ ਤੇ ਸਾਨੂੰ ਬੈਨੀਫਿਸ਼ਰੀ ਬਣਾਓ, ਤੇ ਫਿਰ ਅਸੀਂ ਜਿਹੜਾ ਤੁਹਾਨੂੰ ਮਤਲਬ ਲੋਨ ਦੇਵਾਂਗੇ, ਤੇ ਉਹਨੂੰ ਕ੍ਰੈਡਿਟਰ ਲਾਈਫ ਇੰਸ਼ੋਰੈਂਸ ਕਹਿ ਦਿੰਦੇ ਹੈਗੇ। ਪੋਸਟ ਕਲੇਮ ਅੰਡਰਰਾਈਟਿੰਗ, ਪੋਸਟ ਕਲੇਮ ਦਾ ਮਤਲਬ ਕਈ ਵਾਰੀ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਇਹਦੇ ਨਾਲ ਹੀ ਰਿਲੇਟ ਕੀਤੀ ਹੋਈ ਹੈ। ਜਿਹੜੇ ਕ੍ਰੈਡਿਟਰ ਦਾ ਮਤਲਬ ਜੇ ਬੈਂਕ ਵਾਲੇ ਜਿਹੜੀ ਹੈਗੇ ਕੋਈ ਇਸ਼ੂ ਕਰ ਦਿੰਦੇ ਹੈਗੇ ਨੇ ਲਾਈਫ ਇੰਸ਼ੋਰੈਂਸ, ਤੇ ਇਹਨਾਂ ਦਾ ਨੁਕਸਾਨ ਸਿਰਫ ਇਹ ਹੈਗਾ ਕਿ ਇਹ ਬਾਅਦ ਵਿੱਚ ਅੰਡਰਰਾਈਟ ਇਹ ਪਹਿਲਾਂ ਇੱਕਦਮ ਇਹਨਾਂ ਨੇ ਤੁਹਾਨੂੰ ਜਿਹੜੀ ਇਸ਼ੂ ਕਰ ਦੇਣੀ ਹੈਗੀ ਹੈ ਤੁਹਾਡੇ ਡੈਕਲੇਰੇਸ਼ਨ ਦੇ ਉੱਤੇ,
ਤੇ ਪਰ ਜਦੋਂ ਕਲੇਮ ਆਏਗਾ, ਜਦੋਂ ਮਤਲਬ ਕਲੇਮ ਆਇਆ ਤੇ ਫਿਰ ਉਹਨਾਂ ਨੇ ਪੋਸਟ ਕਲੇਮ ਅੰਡਰਰਾਈਟਿੰਗ ਕਰਨੀ ਹੈਗੀ। ਫਿਰ ਸਾਰੀ ਤੁਹਾਡੀ ਮੈਡੀਕਲ ਹਿਸਟਰੀ ਚੈੱਕ ਕਰਨਗੇ ਕਿ ਵੀ ਇਹਨੂੰ ਵੀ ਕਲੇਮ ਦੇਣਾ ਹੈ ਜਾਂ ਨਹੀਂ ਦੇਣਾ ਹੈਗਾ। ਸੋ ਉਹ ਇੱਕ ਰਿਸਕ ਰਹਿੰਦਾ ਹੈਗਾ ਕਿ ਹੋ ਸਕਦਾ ਕਿ ਪਹਿਲਾਂ ਮਤਲਬ ਬੰਦੇ ਦੇ ਕੋਈ ਹੈਲਥ ਇਸ਼ੂ ਨਹੀਂ ਸੀ ਤੇ ਵਿੱਚ ਕੋਈ ਆ ਗਿਆ ਤੇ ਉਹ ਬੰਦੇ ਨੇ ਨਹੀਂ ਆਪਣੇ ਕੰਪਨੀ ਨੂੰ ਦੱਸਿਆ ਜਾਂ ਬੈਂਕ ਨੂੰ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ, ਤੇ ਉਹਦਾ ਜਿਹੜਾ ਹੈਗਾ ਉਹ ਕਲੇਮ ਡਿਕਲਾਈਨ ਹੋ ਸਕਦਾ ਹੈਗਾ। ਸੋ ਇਹ ਇੱਕ ਬੜਾ ਰਿਸਕੀ ਹੈਗਾ ਕਿ ਪੋਸਟ ਕਲੇਮ ਵਾਲਾ ਕੋਈ ਬਹੁਤਾ ਵਧੀਆ ਨਹੀਂ ਮੈਂ ਸਮਝਦਾ ਇਹਨੂੰ। ਪਰ ਤੁਸੀਂ ਪੜ੍ਹ ਲੈਣਾ, ਪੋਸਟ ਕਲੇਮ ਦਾ ਮਤਲਬ ਕਿ ਪਹਿਲਾਂ ਨਹੀਂ, ਜਦੋਂ ਆਪਾਂ ਪਾਲਿਸੀ ਲਈ ਉਦੋਂ ਨਹੀਂ ਅੰਡਰਰਾਈਟਿੰਗ ਹੋਈ, ਜਦੋਂ ਕਲੇਮ ਆਇਆ ਉਦੋਂ ਅੰਡਰਰਾਈਟਿੰਗ ਸਾਰੀਆਂ ਚੀਜ਼ਾਂ ਉਹਨਾਂ ਨੇ ਵੇਖਣੀਆਂ ਹੈਗੀਆਂ। ਤੋ ਦੋਸਤੋ ਇਹ ਸੀ ਚੈਪਟਰ 9, ਕਾਫੀ ਟਾਈਮ ਲੱਗ ਗਿਆ ਤੇ ਆਸ ਹੈ ਕਿ ਤੁਹਾਨੂੰ ਸਮਝ ਲੱਗ, ਮੈਨੂੰ ਲੱਗਦਾ ਕਿ ਹੁਣ ਜਿਵੇਂ ਜਿਵੇਂ ਤੁਸੀਂ 8-9 ਚੈਪਟਰ ਪੜ੍ਹਦੇ ਨੇ ਪਹਿਲਾਂ ਤੇ ਤੁਹਾਡੀ ਸਪੀਡ ਵੀ ਅਪ ਹੋ ਜਾਣੀ ਚਾਹੀਦੀ ਹੈ ਤੇ ਸਿੱਧਾ ਤੁਸੀਂ ਕੁਐਸਚਨਰ ਤੇ ਜਾ ਕੇ ਐਕਸਰਸਾਈਜ਼ ਜਾ ਕੇ ਤੇ ਆਪਣਾ ਜਿਹੜਾ ਹੈਗਾ ਕਿ ਟੈਸਟ ਕਰੋ ਜਾ ਕੇ ਤੇ ਇਸ ਚੈਪਟਰ ਦਾ, ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੈਨੂੰ ਲੱਗਦਾ ਕਿ ਤੁਸੀਂ 60-70% ਨੰਬਰ ਲੈ ਲਓਗੇ ਜੇ ਸਿੱਧੇ ਵੀ ਚਲੇ ਜਾਂਦੇ ਇਹ ਵੀਡੀਓ ਸੁਣ ਕੇ। ਫਿਰ ਜਿਹੜਾ ਮਿਸ ਹੋ ਜਾਂਦਾ ਹੈਗਾ ਕਿ ਤੁਹਾਨੂੰ ਲੱਗਦਾ ਕਿ ਮੰਨ ਲਓ ਜੇ ਕੁਐਸਚਨ ਕੋਈ ਗਲਤ ਹੁੰਦਾ ਤਾਂ ਐਕਸਪਲੇਨੇਸ਼ਨ ਆ ਜਾਂਦੀ ਹੈਗੀ ਕਿ ਇਹ ਤੁਸੀਂ ਗਲਤ ਕਿਉਂ ਹੈਗਾ ਤੇ ਉਹਦਾ ਸਹੀ ਆਨਸਰ ਕੀ ਹੈਗਾ ਤੇ ਕਿਉਂ ਹੈਗਾ। ਤੇ ਇਹਦੇ ਨਾਲ ਜਿਹੜਾ ਹੈਗਾ ਕਿ ਤੁਸੀਂ ਕੁਇਕਲੀ ਇਹ ਐਗਜ਼ਾਮ ਦੇ ਵਿੱਚ ਪਾਸ ਹੋ ਸਕਦੇ ਹੋ। ਫਿਰ ਵੀ ਅਗਰ ਤੁਹਾਨੂੰ ਕੋਈ ਪਾਰਟੀਕੂਲਰ ਕੋਈ ਟਰਮ ਕੋਈ ਚੀਜ਼ ਤੁਹਾਨੂੰ ਸਮਝ ਨਹੀਂ ਆਈ ਤਾਂ ਤੁਸੀਂ ਸਤਵਿੰਦਰ.ਇੰਸ਼ੋਰੈਂਸ ਵੀ ਨਾਲ ਪਾਉਣਾ, ਸਤਵਿੰਦਰ.ਇੰਸ਼ੋਰੈਂਸ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ। satvinder.insurance@gmail.com ਤੇ ਈਮੇਲ ਕਰਕੇ ਕੁਐਸਚਨ ਤੁਹਾਡਾ ਕੋਈ ਵੀ ਹੋਵੇ, ਮੈਂ ਕੋਸ਼ਿਸ਼ ਕਰਾਂਗਾ ਐਸ ਸੂਨ ਐਜ਼ ਉਹਦਾ ਜਵਾਬ ਦੇਣ ਦੀ। ਪਰ ਜੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ YouTube ਦੇ ਉੱਤੇ, ਤੇ YouTube ਦੇ ਉੱਤੇ ਵੀ ਜਿਹੜਾ ਹੈਗਾ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੈਗੇ ਹੋ ਤੇ ਮੈਂ ਹਰ ਕਮੈਂਟ ਪੜ੍ਹਦਾ ਹੈਗਾ ਤੇ ਜੇ ਮੈਨੂੰ ਲੱਗੇ ਕਿ ਇਹਦਾ ਜਵਾਬ ਦੇਣਾ ਚਾਹੀਦਾ ਤਾਂ ਮੈਂ ਉਹਦਾ ਜਵਾਬ ਵੀ ਦੇਣਾ ਹੈਗਾ। ਸੋ ਬੈਸਟ ਆਫ ਲੱਕ ਤੇ ਅਗਲੇ ਚੈਪਟਰ ਦੇ ਵਿੱਚ ਅਗਲੇ ਵੀਡੀਓ 'ਚ ਫਿਰ ਮਿਲਦੇ ਜੀ। ਤਦ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।